किरत करन के बिछड़े कर कृपा मेलो राम, कर कृपा मेलो राम। सतनाम वाहिगुरु साहिब जियो। चेत गोविंद आराधिया होवै आनंद कणा। संत जना मिल पाइयै रसना नाम पना। चेत गोविंद आराधिया होवै आनंद कणा। संत जना मिल पाइयै रसना नाम पना। जिन पाया प्रभ अपना आए तिस है गणा। एक खिन तिस बिन जीवना बिरथा जन्म जना। जल थल महियल पूरिया रविया विच बना। सो प्रभ चित न आवई कितड़ा दुख गणा। जिनी राविया सो प्रभु तिना भाग मना। हर दर्शन को मन लोचदा नानक प्यास मना। चेत मिलाए सो प्रभु तिसकै पाए लगा। हर दर्शन को मन लोचदा नानक प्यास मना। चेत मिलाए सो प्रभु तिस कह पाए लगा। वाहिगुरु जी का खालसा वाहिगुरु जी की फतेह। सतगुरु गरीब नवाज दीन दुनिया दे मालिक अकाल स्वरूप सर्व कला समर्थ सतगुरु श्री गुरु ग्रंथ साहिब जी दी पावन चरण शरण अंदर जुड़ बैठे सत्कार योग सन्मान योग साध संगत जीओ। आप जी आयोजित किए हुए इन्हां समागमां विच अज जो कि तीसरे दिन का समागम है और निरंतर सतगुरां दी बख्शिश द्वारा 22 तारीख तक गुरु अर्जन देव पातशाह जी की उचारण की हुई बाणी 12वां माज की व्याख्या आपां करांगे और ये समा गुरु की हजूरी विच सफल होएगा। अज दा दूसरा श्लोक है जिस विच चेत महीने की गल की गई।
ਚੇਤ ਦਾ ਮਹੀਨਾ ਪਹਿਲਾ ਮੰਨਿਆ ਗਿਆ। ਨਵਾਂ ਸਾਲ ਇੱਥੋਂ ਸ਼ੁਰੂ ਹੁੰਦਾ ਹੈ। ਵੈਸੇ ਪੰਜਾਬੀ ਵਿੱਚ ਇਹਨੂੰ ਕਹਿੰਦੇ ਨੇ ਚੇਤਰ। ਇੱਥੇ ਸ਼ਬਦ ਚੇਤ ਹੈ। ਚੇਤ ਦਾ ਮਹੀਨਾ ਬਨਸਪਤੀ ਦੇ ਤੌਰ 'ਤੇ, ਮੌਸਮ ਦੇ ਤੌਰ 'ਤੇ ਬਹੁਤ ਮਿੱਠਾ ਹੈ। ਚੇਤਰ ਔਰ ਵਿਸਾਖ, ਕਿਉਂਕਿ ਠੰਡ ਲੰਘਦੀ ਹੈ, ਗਰਮੀ ਥੋੜ੍ਹੀ ਥੋੜ੍ਹੀ ਸ਼ੁਰੂ ਹੁੰਦੀ ਹੈ, ਨਾ ਠੰਡ ਨਾ ਗਰਮੀ। ਅਤੇ ਜਿਨ੍ਹਾਂ ਲੋਕਾਂ ਨੇ ਕੋਈ ਵੀ ਮਨ ਦਾ ਕੰਮ ਕਰਨਾ ਹੋਵੇ, ਸਿਮਰਨ ਕਰਨਾ, ਬਾਣੀ ਪੜ੍ਹਨੀ, ਜਾਂ ਕਿਸੇ ਵਿਦਿਆਰਥੀ ਨੇ ਵਿੱਦਿਆ ਪੜ੍ਹਨੀ, ਉਹਦੇ ਵਾਸਤੇ ਮੌਸਮ ਬੜਾ ਅਸਰ ਰੱਖਦਾ। ਉਹਦੇ ਵਾਸਤੇ ਜਿੱਥੇ ਉਹਨੇ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਉੱਥੋਂ ਦਾ ਜਿਹੜਾ ਤਾਪਮਾਨ ਹੈ, ਟੈਂਪਰੇਚਰ ਹੈ, ਉਹਦੇ ਵਿੱਚ ਨਾ ਬਹੁਤੀ ਠੰਡ ਹੋਣੀ ਚਾਹੀਦੀ ਹੈ, ਨਾ ਬਹੁਤੀ ਗਰਮੀ ਹੋਣੀ ਚਾਹੀਦੀ। ਇਹ ਮਹੀਨਾ ਸਤਿਗੁਰਾਂ ਨੇ ਕਿਹਾ, ਵੇਖ ਚੇਤ ਦੇ ਮਹੀਨੇ ਵਿੱਚ ਬਨਸਪਤੀ ਵਿੱਚ ਫੁੱਲ ਪੈ ਖਿੜਦੇ ਨੇ, ਚੌਹਾਂ ਪਾਸੇ ਸੁੱਕੀ ਬਨਸਪਤੀ ਵਿੱਚ ਪੱਤੇ ਆ ਗਏ, ਚੌਹਾਂ ਪਾਸੇ ਇੱਕ ਸੋਹਣਾ ਮੌਸਮ ਹੈ। ਠੰਡ ਜਿਹੜੀ ਹੈ ਉਹ ਵਿਦਾ ਹੋ ਚੁੱਕੀ ਹੈ, ਗਰਮੀ ਜ਼ਿਆਦਾ ਨਹੀਂ। ਇਸ ਚੇਤ ਦੇ ਮਹੀਨੇ ਵਿੱਚ ਤੂੰ ਚੇਤਾ ਕਰ। ਚੇਤ ਦਾ ਅਰਥ ਹੈ ਚੇਤਾ ਰੱਖਣਾ। ਕਹਿੰਦੇ ਚੇਤੇ ਕਰ ਉਸ ਕੰਮ ਨੂੰ ਜਿਹੜਾ ਕੰਮ ਤੂੰ ਇੱਥੇ ਕਰਨ ਲਈ ਆਇਆ। ਕੀ ਕਰਨ ਆਇਆ? ਸਤਿਗੁਰੂ ਨੇ ਬਾਣੀ ਵਿੱਚ ਬੜੇ ਥਾਵਾਂ 'ਤੇ ਬਚਨ ਕੀਤੇ ਨੇ। ਕਈ ਵਾਰੀ ਤੁਸੀਂ ਵੇਖਣਾ, ਬਾਜ਼ਾਰ ਵਿੱਚ ਜਾਈਏ, ਘਰ ਦਾ ਸਮਾਨ ਖਰੀਦਣਾ ਸੀ, ਬਾਜ਼ਾਰ ਵਿੱਚੋਂ ਲੰਘੇ, ਉੱਥੇ ਕਿਤੇ ਨਾਚ ਹੁੰਦਾ ਸੀ, ਕਿਤੇ ਹੋਰ ਸਰਕਸ ਸੀ। ਵਹਿੰਦਿਆਂ ਵਹਿੰਦਿਆਂ ਇਹ ਭੁੱਲ ਹੀ ਗਿਆ ਵੀ ਸੌਦਾ ਵੀ ਲੈ ਕੇ ਜਾਣਾ ਸੀ। ਜਿਹੜੀ ਚੀਜ਼ ਦੀ ਲੋੜ ਸੀ ਉਹ ਭੁੱਲ ਗਈ, ਜਿਹੜੀਆਂ ਬੇਲੋੜ ਸਨ ਉਹ ਚੇਤੇ ਆਓ, ਵੇਖਿਆ ਤੇ ਭੁੱਲ ਗਏ। ਕਿਉਂਕਿ ਮਨ ਦਾ ਸੁਭਾਅ ਹੈ, ਇੱਕ ਚੀਜ਼ ਨੂੰ ਵਹਿੰਦਾ ਹੈ ਤੇ ਪੁਰਾਣੀ ਭੁੱਲਦੀ ਜਾਂਦੀ ਹੈ। ਬਾਜ਼ਾਰ ਵਿੱਚ ਬਹੁਤ ਸਾਰੀਆਂ ਲੁਭਾਏਮਾਨ ਚੀਜ਼ਾਂ ਵੇਖੀਆਂ, ਤੇ ਜਿਹੜੀ ਵਸਤੂ ਖਰੀਦਣ ਵਾਸਤੇ ਗਿਆ ਸੀ ਉਹਦਾ ਚੇਤਾ ਭੁੱਲ ਗਿਆ, ਯਾਦ ਨਹੀਂ ਰਹੀ। ਦਿਨ ਸਾਰਾ ਲੰਘ ਗਿਆ ਤੇ ਸ਼ਾਮ ਪਈ, ਤੇ ਜਦੋਂ ਸਮਾਂ ਬਹੁਤਾ ਲੰਘ ਜਾ ਚੇਤਾ ਹੀ ਭੁੱਲ ਜਾਂਦਾ। ਵਾਪਸ ਖਾਲੀ ਹੱਥ ਮੁੜਿਆ ਤੇ ਜਿਉਂ-ਜਿਉਂ ਘਰ ਵੱਲ ਮੁੜਦਾ ਤਿਉਂ-ਤਿਉਂ ਚੇਤਾ ਆਉਂਦਾ ਜਿਹੜਾ ਕੰਮ ਕਰਨ ਗਿਆ ਸੀ ਉਹਨੂੰ ਤੇ ਕੰਮ ਨੂੰ ਕੀਤਾ ਹੀ ਨਹੀਂ, ਸੌਦਾ ਖਰੀਦੇ ਨਹੀਂ, ਖਾਂਗਾ ਕੀ ਹੁਣ। ਸਤਿਗੁਰੂ ਕਹਿੰਦੇ ਜਦੋਂ ਅਸੀਂ ਇਸ ਧਰਤੀ 'ਤੇ ਆਏ ਹਾਂ, ਸਾਨੂੰ ਰੱਬ ਨੇ ਪੱਕੀ ਤਰ੍ਹਾਂ ਸਮਝਾਇਆ ਸੀ, ਸੱਜਣਾ ਤੈਨੂੰ ਬੜੇ ਸੋਹਣੇ ਸਰੀਰ ਦਿੱਤਾ ਹੈ ਤੇ ਸਵਾਸ ਪਾ ਕੇ ਦਿੱਤੇ ਵਿੱਚ, ਬੜੇ ਕੀਮਤੀ ਨੇ। ਇਹਨਾਂ ਸਵਾਸਾਂ ਨਾਲ ਤੂੰ ਨਾਮ ਦਾ ਧਨ ਇੱਥੇ ਇਕੱਠਾ ਕਰਨਾ ਹੈ ਆਪਣੇ ਵਾਸਤੇ। ਭੁੱਲ ਨਾ ਜਾਈਂ ਕਿਤੇ। ਤੇ ਭੁੱਲਣ ਦੇ ਤੇ ਤਰੀਕੇ ਬਹੁਤ ਸਾਰੇ ਨੇ, ਯਾਦ ਕਰਨ ਦੇ ਤਰੀਕੇ ਬੜੇ ਘੱਟ। ਆ ਜਿੱਥੇ ਤੁਸੀਂ ਆਏ ਹੋ, ਇੱਥੋਂ ਦਾ ਸਬਜੈਕਟ ਕੀ ਹੈ, ਇੱਥੋਂ ਦਾ ਮੈਟਰ ਕੀ, ਵਿੱਦਿਆ ਕਿਹੜੀ ਲੈਣੀ ਅਸੀਂ, ਬਸ ਉਹ ਗੱਲ ਚੇਤੇ ਆ ਜਾ ਜਿਹੜਾ ਕੰਮ ਸੀ ਸਾਡਾ। ਕਿਉਂਕਿ ਬਾਹਰ ਤੇ ਭੁੱਲੇ ਹੀ ਹਾਂ ਸਭ ਥਾਂ, ਗੁਰੂ ਹੈ ਹੀ ਇਸ ਵਾਸਤੇ। ਸਤਿਗੁਰੂ ਕਹਿੰਦੇ ਨੇ ਜੇ ਕੋਈ ਬੰਦਾ ਰਾਹ ਭੁੱਲ ਜਾਏ ਤੇ ਗਲੀਆਂ ਵਿੱਚ ਭੌਂ ਕੇ ਥੱਕ ਜਾਂਦਾ ਹੈ। ਜਿਵੇਂ ਕੱਲ੍ਹ ਦੇ ਸ਼ਲੋਕ ਵਿੱਚ ਆਇਆ ਸੀ, ਥੱਕ ਆਏ ਪ੍ਰਭ ਕੀ ਸ਼ਾਮ। ਫਿਰ ਉਹਨੂੰ ਪੁੱਛਿਆ ਜਾਂਦਾ ਜਿਹੜਾ ਗਲੀਆਂ ਬਾਰੇ ਜਾਣਦਾ। ਅਸੀਂ ਰਾਹ ਭੁੱਲ ਗਏ ਹਾਂ, ਜਿਹੜੇ ਰਾਹ 'ਤੇ ਇੱਥੇ ਤੁਰਨਾ ਸੀ ਉਹ ਤੇ ਦੂਰ ਰਹਿ ਗਿਆ, ਹੋਰ ਰਾਹਾਂ ਵੱਲ ਨਿਕਲ ਗਏ। ਤੇ ਸਤਿਗੁਰੂ ਕਹਿੰਦੇ ਗੁਰੂ ਕੋਲ ਆਏ, ਉਹਨੇ ਦੱਸਿਆ ਭਾਈ ਅੱਜ ਤੱਕ ਤੂੰ ਜਿਹੜੇ ਰਾਹਾਂ 'ਤੇ ਤੁਰਿਆ ਨਾ, ਸਵੇਰੇ ਉੱਠਣਾ, ਸਰੀਰ ਦੀ ਪਾਲਣਾ ਪੋਸ਼ਣਾ ਕਰਨਾ, ਸਿਰਫ ਧਨ ਕਮਾਉਣਾ, ਕਿਸੇ ਦੀ ਨਿੰਦਿਆ ਕਰਨਾ, ਕਿਸੇ ਦੀ ਉਸਤਤ ਕਰਨਾ, ਆਪਣੇ ਹੰਕਾਰ ਵਿੱਚ ਜਿਉਣਾ, ਇਹ ਕੰਮ ਤੂੰ ਇੱਥੇ ਨਹੀਂ ਸੀ ਕਰਨ ਆਇਆ। ਤੇਰਾ ਕੰਮ ਹੋਰ ਸੀ, ਤੂੰ ਉਹਨੂੰ ਭੁੱਲ ਚੁੱਕਾ ਹੈ। ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਨੇ ਬੇਰਾਹ ਕੁਰਾਏ ਪਏ ਹੋਏ ਨੂੰ ਸਿੱਧੇ ਰਾਹ ਵਿੱਚ ਪਾ ਦਿੱਤਾ।
ਗੁਰੂ ਨੇ ਰਾਹ ਕਿਹੜਾ ਦੱਸਿਆ, ਮੈਂ ਸਾਰੇ ਸ਼ਬਦ ਦੀ ਥੋੜ੍ਹੀ ਥੋੜ੍ਹੀ ਸੰਖੇਪ ਜੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰ, ਕਿਉਂਕਿ ਜਦੋਂ ਇਹ ਗੱਲਾਂ ਕੀਤੀਆਂ ਜਾਣਗੀਆਂ ਨਾ ਵੀ ਰਾਹ ਭੁੱਲ ਗਏ ਅਸੀਂ, ਗੁਰੂ ਨੇ ਸਾਨੂੰ ਰਾਹ ਤੇ ਪਾਇਆ, ਤੇ ਬਾਹਰ ਦੀਆਂ ਉਦਾਹਰਨਾਂ ਨੇ, ਗੱਲ ਸਾਰੀ ਮਨ ਦੀ ਹੈ। ਸਤਿਗੁਰੂ ਜੀ ਭੁੱਲੇ ਬੰਦੇ ਨੂੰ ਜਦੋਂ ਤੁਸੀਂ ਰਾਹ ਪਾਇਆ ਤੇ ਕਿਹੜੇ ਰਾਹ ਤੇ ਪਾਇਆ, ਉਹ ਦੱਸੋ ਕਿਹੜਾ ਰਾਹ ਹੈ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਉਹ ਰਾਹ ਕਿਹੜਾ ਹੈ, ਤੇ ਪੂਰੇ ਗੁਰੂ ਨੇ ਯਾਦ ਕਰਾਇਆ, ਕਹਿੰਦੇ ਸਿਮਰ ਮਨਾ ਰਾਮ ਨਾਮ ਚਿਤਾਰੇ, ਚੇਤੇ ਕਰ ਚੇਤ ਗੋਬਿੰਦ ਅਰਾਧੀਆ। ਤੂੰ ਰੱਬ ਨੂੰ ਚੇਤੇ ਕਰ, ਇਹ ਰਾਹ ਤੇਰੇ ਕੰਮ ਆਉਣਾ। ਜਦੋਂ ਤੇਰਾ ਸਰੀਰ ਛੁੱਟ ਗਿਆ ਉਦੋਂ ਹੋਰ ਕੋਈ ਰਾਹ ਕੰਮ ਨਹੀਂ ਆਉਣਾ, ਕਿਉਂਕਿ ਜਿੰਨਾ ਚਿਰ ਦੇਹ ਹੈ ਨਾ ਉਹਨਾਂ ਚਿਰ ਸਾਡੇ ਕੋਲ ਸਾਧਨ ਨੇ, ਅਸੀਂ ਵੇਖ ਸਕਨੇ, ਅਸੀਂ ਸੁਣ ਸਕਨੇ ਹਾਂ, ਅਸੀਂ ਹੱਥਾਂ ਨਾਲ ਕੁਝ ਪਕੜ ਸਕਨੇ ਹਾਂ, ਪੈਰਾਂ ਨਾਲ ਕਿਤੇ ਜਾ ਸਕਨੇ ਹਾਂ। ਸਾਰੇ ਸਾਧਨ ਦਿੱਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ, ਪਰ ਇਹ ਗਿਣੇ ਹੋਏ ਸਵਾਸਾਂ ਤੱਕ ਦੇਹੀ ਹੀ ਸਾਡੇ ਕੋਲ ਹੈ। ਕਿਰਾਏ ਦਾ ਮਕਾਨ ਜਿਵੇਂ ਹੁੰਦਾ, ਤੁਸੀਂ ਕਈ ਵਾਰੀ ਵੇਖਿਆ ਹੋਵੇਗਾ, ਨਵਾਂ ਮਨੁੱਖ ਸ਼ਹਿਰ ਵਿੱਚ ਆਵੇ, ਆਪਣਾ ਮਕਾਨ ਖਰੀਦ ਨਹੀਂ ਸਕਦਾ, ਕਿਰਾਏ ਤੇ ਰਹਿੰਦਾ ਹੈ। ਕਿਰਾਏ ਤੇ ਤਾਂ ਰਹਿੰਦਾ ਹੈ, ਕਿਰਾਏ ਤੇ ਰਹਿ ਕੇ ਕੰਮ ਕਰੇਗਾ ਤੇ ਆਪਣਾ ਬਣਾ ਲਏਗਾ, ਇੱਕ ਦਿਨ ਉਹਨੂੰ ਛੱਡ ਦੇਗਾ। ਪਰ ਜੇ ਕਿਰਾਏ ਵਾਲੇ ਦੇ ਵਿੱਚ ਬੈਠ ਕੇ ਜਿਹੜਾ ਕਮਾਉਂਦਾ ਉਸ ਤੋਂ ਜ਼ਿਆਦਾ ਖਾਈ ਜਾਏ, ਕਿਰਾਇਆ ਵੀ ਨਾ ਦੇ, ਤੇ ਇੱਕ ਦਿਨ ਮਕਾਨ ਮਾਲਕ ਉਹਨੂੰ ਬਾਹੋਂ ਖਿੱਚ ਕੇ ਬਾਹਰ ਕੱਢ ਦਿੰਦਾ। ਉਹ ਕਹਿੰਦਾ ਤੈਨੂੰ 1 ਸਾਲ ਲਈ 2 ਸਾਲ ਲਈ ਦਿੱਤਾ ਸੀ, ਹੁਣ ਤੂੰ ਇੱਥੇ ਨਹੀਂ ਰਹਿ ਸਕਦਾ। ਮੌਤ ਕੀ ਹੈ? ਆਹ ਸਰੀਰ ਸਾਨੂੰ ਕਿਰਾਏ ਤੇ ਮਿਲਿਆ, ਕਿਰਾਇਆ ਅਸੀਂ ਭਰਨਾ ਸੀ ਵੀ ਅਸੀਂ ਰੋਜ਼ 24 ਘੰਟਿਆਂ ਦਾ 10ਵਾਂ ਹਿੱਸਾ ਰੱਬ ਨੂੰ ਚੇਤੇ ਕਰਨਾ, 24 ਘੰਟਿਆਂ ਦਾ ਦਸਵੰਧ ਕੱਢਣਾ, 24 ਘੰਟਿਆਂ ਦਾ ਦਸਵੰਧ ਦੇ 2.5 ਘੰਟੇ। ਫਿਰ ਤੇ ਸਾਡੇ ਕੋਲ ਇੰਨੀ ਪੂੰਜੀ ਇਕੱਠੀ ਹੋ ਜਾਣੀ ਸੀ ਵੀ ਅਸੀਂ ਆਪਣਾ ਘਰ ਵੀ ਲੱਭ ਲੈਣਾ ਸੀ ਅਗਲਾ ਸਰੀਰ ਛੱਡਣ ਤੋਂ ਬਾਅਦ ਜਿੱਥੇ ਜਾਣਾ, ਤੇ ਅਸੀਂ ਦੂਜਿਆਂ ਨੂੰ ਵੀ ਦੱਸ ਸਕਦੇ ਸੀ ਵੀ ਉਹ ਘਰ ਕਿਵੇਂ ਲੱਭੀਦਾ। ਪਰ ਇੱਥੇ ਆ ਕੇ ਅਸੀਂ ਹੋਰ ਚੀਜ਼ਾਂ ਵਿੱਚ ਫਸ ਗਏ, ਹੋਰ ਗੱਲਾਂ ਵਿੱਚ ਪੈ ਗਏ, ਆਪਣਾ ਘਰ ਬਣਿਆ ਨਹੀਂ ਸੀ, ਤੇ ਰੱਬ ਨੇ ਕਿਰਾਏ ਤੇ ਦਿੱਤਾ ਸੀ ਸਰੀਰ। ਜਿੱਦਣ ਇਹਦੀ ਲਿਮਟ, ਇਹਦੀ ਮਨਿਆਦ ਖਤਮ ਹੋ ਗਈ, ਤੇ ਉਧਰੋਂ ਸੁਨੇਹਾ ਆ ਗਿਆ, ਸੱਜਣਾ ਇਸ ਮਕਾਨ ਵਿੱਚ, ਇਸ ਸਰੀਰ ਵਿੱਚ ਤੂੰ ਹੋਰ ਨਹੀਂ ਰਹਿ ਸਕਦਾ, ਹੋਰ ਨਹੀਂ ਤੂੰ ਇਹਦੇ ਉੱਤੇ ਰਹਿ ਸਕਦਾ। ਮੌਤ ਦੇ ਅਰਥ ਨੇ ਸਰੀਰ ਖਾਲੀ ਕਰਾਉਣਾ। ਕੁਦਰਤ ਦਾ ਇਹ ਨਿਯਮ ਹੈ, ਉਹ ਕਦੀ ਕਿਸੇ ਨੂੰ ਇੱਕ ਥਾਂ ਤੇ ਟਿਕਣ ਨਹੀਂ ਦਿੰਦੀ। ਮੌਤ ਨੇ ਭੰਨ ਕੇ ਸਰੀਰ ਦੇ ਵਿੱਚੋਂ ਤੋੜ ਕੇ ਕੱਢ ਦਿੱਤਾ ਜਿੰਦ ਨੂੰ, ਜਾ। ਤੇ ਜਿਨ੍ਹਾਂ ਨੇ ਤੇ ਘਰ ਬਣਾਇਆ ਸੀ, ਗੁਰੂ ਦੇ ਹੁਕਮ ਵਿੱਚ ਨਾਮ ਜਪਿਆ ਸੀ, ਗੁਰਬਾਣੀ ਵਿੱਚ ਦਿੱਤੇ ਹੋਏ ਉਪਦੇਸ਼ ਕਮਾਏ ਸਨ, ਉਹਨਾਂ ਨੂੰ ਤੇ ਅੱਗੇ ਥਾਂ ਮਿਲ ਗਈ। ਤੇ ਜਿਨ੍ਹਾਂ ਨੇ ਇੱਥੇ ਕੰਮ ਨਹੀਂ ਸੀ ਕੀਤਾ, ਉਹ ਸਾਧ ਸੰਗਤ ਜੀ ਫਿਰ ਬੇਕਾਰ ਹੋ ਗਏ, ਕਈਆਂ ਜੂਨੀਆਂ ਵਿੱਚ ਪਏ, ਕਈ ਥਾਵਾਂ ਤੇ ਭਟਕੇ। ਇਸ ਕਰਕੇ ਸਤਿਗੁਰੂ ਕਹਿੰਦੇ ਚੇਤੇ ਕਰਨਾ ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਉਹਨੂੰ ਚੇਤੇ ਕਿਵੇਂ ਕਰਨਾ ਹੈ? ਗੁਰੂ ਕੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਹੈ। ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਇਹ ਹੁਣ ਚੇਤੇ ਕਿਉਂ ਨਹੀਂ ਆਉਂਦਾ? ਅੱਗੇ 3-4 ਗੱਲਾਂ ਕਹੀਆਂ ਨੇ ਜਿਹੜੀਆਂ ਸਾਨੂੰ ਚੇਤੇ ਨਹੀਂ ਆਉਣ ਦਿੰਦੀਆਂ ਰੱਬ ਨੂੰ। ਉਹ ਕਿਹੜੀਆਂ ਕਿਹੜੀਆਂ? ਉਹਨਾਂ ਨੂੰ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ। ਇਹਨਾਂ ਚੀਜ਼ਾਂ ਵਿੱਚ ਸਾਰਾ ਦਿਨ ਸਾਡਾ ਮਨ ਲੀਨ ਰਹਿੰਦਾ। ਇਹਨਾਂ ਵਿੱਚ ਪੈ ਕੇ ਅਸੀਂ ਉਹਨੂੰ ਭੁੱਲ ਗਏ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ। ਪਰ ਪੂਰੇ ਗੁਰੂ ਨੇ ਆ ਕੇ ਨਾ ਬੰਧਨ ਕਾਟ ਮੁਕਤ ਗੁਰ ਕੀਨਾ। ਗੁਰੂ ਨੇ ਬੰਧਨ ਕੱਟ ਦਿੱਤੇ ਤੇ ਮਨੁੱਖ ਨੂੰ ਚੇਤੇ ਕਰਨ ਦੀ ਜਾਚ ਸਿਖਾ ਦਿੱਤੀ, ਨਾਮ ਜਪਣ ਦੀ ਜਾਚ ਸਿਖਾ ਦਿੱਤੀ। ਫਿਰ ਅੱਗੇ ਬਚਨ ਕੀਤੇ, ਕਹਿਣ ਲੱਗੇ ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਹਜ਼ੂਰ ਕਹਿੰਦੇ ਅਗਨ ਸਾਗਰ ਬੂੜਤ ਸੰਸਾਰਾ। ਇੱਥੇ ਇੱਕ ਅਣਦਿਸ ਦੀ ਅੱਗ ਲੱਗੀ ਹੋਈ ਹੈ, ਬਾਹਰ ਪ੍ਰਗਟ ਨਹੀਂ ਹੁੰਦੀ। ਹਰ ਇੱਕ ਦੇ ਅੰਦਰ ਇੱਕ ਧੁਖ ਧੁਖੀ ਹੈ। ਉਹ ਕਾਹਦੀ? ਜੀਵਨ ਗੁਜ਼ਰਦਾ ਜਾਂਦਾ ਹੈ, ਜੀਵਨ ਲੰਘਦਾ ਜਾਂਦਾ ਹੈ। ਉਹ ਜਿਹੜੀ ਅੱਗ ਸੀ ਨਾ, ਉਹਦੇ ਵਿੱਚ ਸਾਰਾ ਸੰਸਾਰ ਡੁੱਬਦਾ ਸੀ, ਜਿਹਨੂੰ ਸਾਹਿਬ ਕਹਿੰਦੇ ਅਗਨ ਸਾਗਰ ਬੂੜਤ ਸੰਸਾਰਾ। ਨਾਨਕ ਬਾਹਾਂ ਪਕੜ ਸਤਿਗੁਰ ਨੇ ਸਤਾਰਾ। ਸਤਿਗੁਰੂ ਨੇ ਬਾਂਹ ਪਕੜ ਕੇ ਉਸ ਅਗਨ ਵਿੱਚੋਂ ਬਾਹਰ ਕੱਢ ਦਿੱਤਾ।
इस संसार की अग विचों बचा दिता। मैं बेनती कर रहा सां, गुरु चेते करवाउंदा है। सतगुरु ने अज उपदेश दिता है, कहंदे चेत गोबिंद आराधिया। सजना चेतर दा महीना चढ़िया है, इहदे विच एक काम कर, जिथे तू इहदे विच संसार दे काम करने ने, जिथे तू इहदे विच परिवार दे काम करना है, जे तू विद्यार्थी है तो पढ़ेगा जरूरी है, जे तू वड्डा है तो किरत करनी होवेगी, काम काज करेगा। जेड़े थां ते तैनू समा मिलिया उत्थे तू काम भी कर, पर इस चेतर दे महीने विच की करना है? हजूर कहंदे चेत गोबिंद आराधिया। इस चेत दे महीने दे अंदर तू गोबिंद दी आराधना कर, ओदा नाम जप, ओदा सिमरन कर। ते जिन्हों कहा गया ना, कुदरती तौर पर बंदा वो ही काम करता है जिहदे विच ओहदी कोई ना कोई लोभ पूर्ति होवे। जिन्हों कहा सी कि तू चेत दे महीने दे विच नाम जप, ओहदी आराधना कर, ते जिन्हों कह रहे सन उन्हें पुछ लिया कि महाराज तुसी कहंदे हो चेत दे महीने विच नाम जप, ये जप के मैनू मिलेगा कि? ये है भी सच्चाई साध संगत। जे बंदे दे मन विच जगियासा ना जागे, वो कुछ खोजे ना, वो साध संगत जी धर्मी मनुख नहीं है। उन्हें पूछया मैनू मिलेगा कि? मैं 2 घंटे या घंटा जपांगा, दसो की मिलेगा? कोई दात ते मिले तां है ना। ते सतगुरु ने एक बचन कीता, कहंदे होवै आनंद घना, तेनू घना आनंद मिलेगा। हुण संसार विचों माया नाल होर सारियां चीज़ां आपां खरीद सकने, सुख खरीदे जा सकते ने, अखां दे सुख खरीदे जा सकते ने। अखां नाल नाटक वेखने ने, चेटक वेखने ने, कुछ भी वेखना है, अखां दे प्रबंध पैसे दिओ, खरीदो, वेखो, वेखे जा सकते ने। कन्नां दे रस खरीदे जा सकते ने, कन्नां दे नाल जो मर्जी सुनना चाहो माया दिओ ते खरीद लो। 4 पैसे दिओ, स्पीकर विच अपनी वडियाई सुन लो, जो मर्जी करो। हत्थां दे रस लवो, चमड़ी दे रस लवो, सारे रस खाण पीण दे तरह तरह के स्वाद इत्थों खरीदे जा सकते ने। सतगुरु ने कहा ये सारियां चीज़ां खरीद लईआं ने, पर आनंद किसी दुकान तो नहीं मिलता। तो आनंद ही एक ऐसी चीज़ है जिहदे तो बंदा अकदा नहीं। तुसीं वेखोगे गुरु ग्रंथ साहिब जी ने एक उदाहरण दिती है, क्यों संसार दे लोग इन्ना पैसा इकट्ठा करके फिर धर्म की खोज क्यों करते हैं? बड़ा वड्डा सवाल है। इन्नी माया, इन्ना धन, इन्ना हुसन, इन्नी जवानी, इन्ने प्रबंध किते, सब कुछ कर करा के फिर बंदा क्यों गुरुद्वारे, फिर क्यों गुरबाणी विचों कुछ लभदा है? की कारण है? क्योंकि वो जिन्ने सुख ने साध संगत जी, उन्होंने जिन्ना चिर आपां नहीं भोगदे उन्ना चिर वो खिचदायक रहिंदे ने, ते ज्यों ही उन्होंने जाके हथ पाया वो मिट्टी हो गया उत्थे। बस उन्हां सुखां विच ये है, जां ते दूरों देखो ते उहदे लई तरसदे रहो ते सोचदे रहोगे भी ये बड़े वधिया ने, इन्हां विच बड़ा आनंद होवेगा। बस हथ पाया नहीं, नाल मिट्टी हो गए। मिट्टी तो भी भैड़े, अजे मिट्टी विच फिर भी कोई सुगंधी हुंदी है, उतों तां दुर्गंधी है। फिर ये फर्क है रब दे रस विच ते संसार दे रस विच। कबीर साहब ने उदाहरण दिती है, कहंदे ने तुसीं दूर दी गल छड्डो, एक पानी दा गिलास लवो ते एक आदमी नूं प्यास लगी है ना, ते प्यास दे विच उहने पानी दा गिलास चुकिया, जदों पहला घुट भरिया उदों ज़्यादा स्वाद लग्या, जदों दूजा भरिया घुट उदों स्वाद घट गया, क्योंकि ज्यों ज्यों पींदा गया तो जदों अद्धे गिलास तक आया पानी बिल्कुल बेरस हो गया, रस की मौत हो गई। रस है संसार विच, कोई शक नहीं। अज दा मायाधारी मनुख और ये जिहदे कोल 3 नशे ने, धन, जोबन ते प्रभता। गुरु ग्रंथ साहिब जी कहंदे एक शराब ते ठेके तो मिलदी है ना, ये 3 शराबां बंदे दे जीवन दे विच ने, जिन्हां दा नशा 24 घंटे नहीं उतरदा।
ਕਹਿੰਦੇ ਨੇ ਧਨ ਇੱਕ ਤੇ ਮਾਇਆ ਬਹੁਤੀ ਹੋਵੇ ਉਹਦਾ ਨਸ਼ਾ ਹੁੰਦਾ। ਜੋਬਨ ਇੱਕ ਸਰੀਰ ਤੇ ਜਵਾਨੀ ਜੋਬਨ ਹੋਵੇ, ਤਾਕਤ ਹੈ ਸਰੀਰ ਦੇ ਵਿੱਚ। ਪ੍ਰਭਤਾ ਇੱਕ ਪਿੰਡ ਵਿੱਚ ਸ਼ਹਿਰ ਵਿੱਚ ਚੱਲਦੀ ਬੜੀ ਹੈ। ਤਿੰਨ ਨਸ਼ੇ ਨੇ। ਖਿਆਲ ਕਰਨਾ, ਜਿਹੜਾ ਮਨਮੁਖ ਹੈ ਇਹਨਾਂ ਤਿੰਨਾਂ ਨਸ਼ਿਆਂ ਦੇ ਵਿੱਚ ਸੁੱਤਾ ਰਹਿੰਦਾ ਹੈ, ਪਰ ਜੇ ਕੋਈ ਗੁਰੂ ਨਾਲ ਜੁੜਿਆ ਹੈ ਉਹਦੇ ਕੋਲੇ ਤਿੰਨੇ ਨਸ਼ੇ ਆ ਜਾਣ ਉਹਦਾ ਨੁਕਸਾਨ ਨਹੀਂ ਜੇ ਕਰਦੇ। ਗੁਰੂ ਸਾਹਿਬ ਇਹਨਾਂ ਦੇ ਵਿਰੋਧ ਵਿੱਚ ਨਹੀਂ। ਧਨ ਆ ਜਾ ਧਰਮੀ ਬੰਦੇ ਕੋਲ, ਧਨ ਨਾਲ ਬੰਦਾ ਵਿਕਾਸ ਕਰਦਾ ਹੈ। ਮਾਇਆ ਤੇ ਬੜੇ ਲੋਕਾਂ ਕੋਲੇ, ਮੈਂ ਬੜੇ ਲੋਕ ਵੇਖੇ ਨੇ, ਅਰਬਾਂ ਰੁਪਈਏ ਖਰਬਾਂ ਰੁਪਈਏ ਢੇਰ ਲੱਗੇ ਹੋਏ ਨੇ, ਪਤਾ ਹੀ ਨਹੀਂ। ਪਰ ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਹਰ ਕੈ ਅਰਥ ਖਰਚ ਨੈ ਸਾਕੈ, ਜਮਕਾਲ ਸਹਿ ਸਿਰ ਪੀੜਾ। ਰੱਬ ਵਾਸਤੇ ਲਾਉਣ ਵਾਸਤੇ ਕੋਈ ਤਿਆਰ ਨਹੀਂ, ਬੜੇ ਘੱਟ ਲੋਕ ਨੇ। ਇਸ ਲਈ ਜੇ ਧਰਮੀ ਬੰਦੇ ਕੋਲ ਧਨ ਆ ਜਾਏ, ਉਹ ਧਨ ਦੇ ਨਾਲ ਪਲਟਾ ਲਿਆ ਦਿੰਦਾ ਸੰਸਾਰ ਵਿੱਚ, ਕਿਉਂਕਿ ਉਹਨੂੰ ਫੜੇਗਾ ਨਹੀਂ ਨਾ, ਵਰਤਦਾ ਹੈਗਾ, ਉਹਨੂੰ ਖਿਲਾਰੇਗਾ, ਲੋਕਾਂ ਦੇ ਵਿੱਚ ਕੰਮ ਕਰੇਗਾ ਉਸ ਧਨ ਦੇ ਨਾਲ। ਤੇ ਜੇ ਉਹਦੇ ਕੋਲ ਜੋਬਨ ਹੈ ਧਰਮੀ ਬੰਦੇ ਕੋਲ, ਉਹ ਜੋਬਨ ਦੇ ਨਾਲ ਵੀ ਵਿਕਾਸ ਕਰੇਗਾ ਸੰਸਾਰ ਦਾ, ਸਾਧਨਾ ਕਰੇਗਾ। ਤੇ ਜੇ ਉਹਦੇ ਕੋਲ ਪ੍ਰਭਤਾ ਹੈ ਨਾ, ਉਹਦੀ ਸੰਸਾਰ ਵਿੱਚ ਜਾਣਕਾਰੀ ਹੈ, ਉਸ ਜਾਣਕਾਰੀ ਦੇ ਨਾਲ ਵੀ ਗਰੀਬਾਂ ਦੀ ਸੇਵਾ ਕਰੇਗਾ। ਪਰ ਜੇ ਮਨਮੁਖ ਕੋਲੇ ਤਿੰਨੇ ਚੀਜ਼ਾਂ ਆ ਗਈਆਂ, ਧਨ ਆ ਗਿਆ, ਜਵਾਨੀ ਆ ਗਈ ਤੇ ਉਹਦੀ ਜਿਹੜੀ ਪ੍ਰਭਤਾ ਆ ਗਈ, ਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਆਪਣਾ ਵਿਨਾਸ਼ ਕਰ ਲੈਂਦਾ। ਇਹ ਤਿੰਨ ਨਸ਼ੇ ਨੇ, ਤਿੰਨ ਰੁਕਾਵਟਾਂ ਨੇ। ਇਹ ਆਨੰਦ ਜਿਹੜਾ ਹੈ, ਕਬੀਰ ਸਾਹਿਬ ਕਹਿੰਦੇ ਨੇ, ਰੱਬ ਦੇ ਨਾਮ ਦਾ, ਸੰਸਾਰ ਦਾ ਪਾਣੀ ਪੀਓ, ਜਿਉਂ-ਜਿਉਂ ਪੀਓਗੇ ਤਿਉਂ-ਤਿਉਂ ਬੇਰਸ ਹੋ ਜਾਓਗੇ। ਤੇ ਜਦੋਂ ਪਿਆਸ ਮਿਟ ਜਾਏ, ਪਾਣੀ ਵੱਲ ਵੇਖਣ ਤੇ ਵੀ ਜੀ ਨਹੀਂ ਕਰਦਾ। ਪਰ ਜਿਹੜੇ ਰੱਬ ਦਾ ਪਿਆਰ ਦਾ ਪਾਣੀ ਹੈ, ਉਹਦੇ ਵਾਸਤੇ ਕਬੀਰ ਸਾਹਿਬ ਕਹਿੰਦੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਏ। ਕਹਿੰਦੇ ਰੱਬ ਦੇ ਨਾਮ ਦਾ ਪਾਣੀ ਇਸ ਤਰ੍ਹਾਂ ਦਾ ਹੈ, ਇਹਨੂੰ ਜਿਉਂ-ਜਿਉਂ ਪੀਂਦੇ ਜਾਓ, ਅੰਦਰ ਅੱਗ ਬਲ ਪੈਂਦੀ ਹੈ ਹੋਰ ਪੀਣ ਦੀ। ਆਦਮੀ ਇਹਦੇ ਵਾਸਤੇ ਤੜਫਣ ਲੱਗ ਪੈਂਦਾ। ਆ ਸਾਰਾ ਹੀ ਅੱਜ ਦਾ ਸ਼ਲੋਕ ਪ੍ਰੇਮ ਦੀ ਪਰਿਭਾਸ਼ਾ ਕਰਦਾ ਹੈ। ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਪ੍ਰੇਮ ਜਾਗਿਆ, ਆ ਬਾਕੀ ਦੀਆਂ ਪਿਆਸਾਂ ਤੇ ਸਾਰੇ ਮਨਾਂ ਵਿੱਚ ਨੇ, ਬਾਕੀ ਦੀ ਤ੍ਰਿਸ਼ਨਾ ਤੇ ਹੈ। ਇਹ ਨਹੀਂ ਕਿ ਗੁਰਮੁਖ ਦੇ ਮਨ ਵਿੱਚ ਤ੍ਰਿਸ਼ਨਾ ਨਹੀਂ ਹੁੰਦੀ, ਉਹਦੇ ਮਨ ਵਿੱਚ ਲੋਭ ਨਹੀਂ ਹੁੰਦਾ। ਲੋਭ ਤਾਂ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੇ ਰੱਬ ਅੱਗੇ ਅਰਦਾਸ ਹੀ ਇਹ ਕਰਦੇ ਨੇ, ਮੈਨੂੰ ਲਾਲਚੀ ਕਰ ਦੇ। ਲਾਲਚ ਮਾੜਾ ਨਹੀਂ, ਲਾਲਚ ਕਿਵੇਂ ਦਾ ਹੈ ਇਹ ਵੇਖਣਾ ਪਏਗਾ। ਗੁਰੂ ਗੋਬਿੰਦ ਸਿੰਘ ਤਾਂ ਅਰਦਾਸ ਕਰਦੇ ਹੋਏ ਕਹਿੰਦੇ ਕਿ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਲਾਲਚੀ ਬਣਾ ਦੇ, ਲੋਭੀ ਬਣਾ ਦੇ, ਮੇਰੇ ਵਿੱਚ ਤ੍ਰਿਸ਼ਨਾ ਦੇ ਭਾਂਬੜ ਬਾਲ ਦੇ ਅੰਦਰ ਮੇਰੇ। ਪੁੱਛਿਆ ਜੀ ਤੁਸੀਂ ਕਾਹਦਾ ਲੋਭ, ਕਾਹਦੇ ਲੋਭੀ ਬਣਨਾ ਚਾਹੁੰਦੇ ਹੋ, ਕਾਹਦੇ ਲਾਲਚੀ ਬਣਨਾ ਚਾਹੁੰਦੇ ਹੋ? ਤੇ ਉਹਨਾਂ ਨੇ ਇੱਕ ਸ਼ਬਦ ਵਿੱਚ ਕਹਿ ਦਿੱਤਾ, ਇਹ ਲਾਲਚ ਹਉ ਗੁਣ ਤਉ ਉਚਰੋਂ। ਇਹ ਸ਼ਬਦ ਤੁਸੀਂ ਪੜ੍ਹੋਗੇ, ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇੱਕ ਤੇ ਮੰਗਿਆ, ਚੰਗੇ ਕੰਮ ਤੋਂ ਟਾਲ ਮਟੋਲ ਨਾ ਕਰਾਂ, ਕਿਉਂਕਿ ਸਾਧ ਸੰਗਤ ਜੀ ਜਿਹੜੇ ਕੰਮ ਤੋਂ ਆਪਾਂ ਟਾਲੀਏ ਉਹ ਸਦਾ ਵਾਸਤੇ ਟਲ ਜਾਂਦਾ ਹੈ। ਜਿਹਨੂੰ ਕਰ ਲਈਏ ਉਹ ਫਿਰ ਉਹਨੂੰ ਆਦਮੀ ਵਾਰ-ਵਾਰ ਕਰਨ ਲੱਗ ਪੈਂਦਾ, ਕਿਸੇ ਵੀ ਕੰਮ ਨੂੰ। ਇਸ ਕਰਕੇ ਇਹ ਸਿੱਖ ਨੂੰ ਰੋਜ਼ ਕਹਿਣਾ ਚਾਹੀਦਾ, ਮੈਂ ਟਲਾਂ ਨਾ ਤੇਰਾ ਹੁਕਮ ਮੰਨਣ ਤੋਂ, ਮੇਰਾ ਮਨ ਆਲਸੀ ਨਾ ਹੋਵੇ। ਕਹਿੰਦੇ ਇੱਕ ਤੇ ਕਿਰਪਾ ਕਰ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਨਾ ਡਰੋ ਅਰਸਿਉ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਜਿਹੜਾ ਨਿਸ਼ਚੈ ਹੈ ਨਾ ਸਾਧ ਸੰਗਤ, ਇਹ ਬੜਾ ਜ਼ਰੂਰੀ ਹੈ। ਵੈਸੇ ਤੇ ਕਿਸੇ ਵੀ ਖਿੱਤੇ ਵਿੱਚ ਕੰਮ ਕਰਨਾ ਹੋਵੇ, ਨਿਸ਼ਚਾ ਬੜਾ ਜ਼ਰੂਰੀ ਹੈ। ਅੰਦਰ ਇਰਾਦਾ ਹੋਣਾ ਚਾਹੀਦਾ। ਜੇ ਇਰਾਦਾ ਨਹੀਂ, ਅੰਦਰ ਕੰਬਦਾ ਰਹੇਗਾ, ਅੰਦਰ ਹਿਲਦਾ ਰਹੇਗਾ। ਨਿਸ਼ਚਾ ਅਤ ਜ਼ਰੂਰੀ ਹੈ। ਤੇ ਨਿਸ਼ਚਾ ਉਹਨਾਂ ਮਨਾਂ ਵਿੱਚ ਹੁੰਦਾ ਹੈ ਜਿਹੜੇ ਆਪਣੇ ਮਨ ਦੇ ਵਿੱਚੋਂ ਸੰਸਾਰ ਦੀ ਆਸ ਕੱਢ ਦਿੰਦੇ ਨੇ। ਇੱਕ ਦੀ ਆਸ ਕਰਦੇ ਨੇ, ਉਹ ਨਿਸ਼ਚਾਵਾਨ ਹੋ ਜਾਂਦੇ ਨੇ, ਉਹਨਾਂ ਵਿੱਚ ਇਰਾਦਾ ਭਰਿਆ ਜਾਂਦਾ। ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹਉ ਗੁਣ ਤਉ ਉਚਰੋਂ। ਮੈਨੂੰ ਲਾਲਚੀ ਬਣਾ
मैं तेरे गुण गाउंदा रहा। पहली पंक्ति मैं बेनती कर रहा से, सतगुरु कहंदे रब किरपा करे चेतर दे महीने विच तेनू चेता आ जाए तू करन की आया सी। गुरु ग्रंथ साहिब जी एक गल कहंदे ने, ध्यान देना, थोड़ा जिहा नुकता 10 कुछ मिनटां विच कवांगा। कहंदे एक सवाल है, असीं क्यों इत्थे जन्मे आ, की करना है, पता तो लगे। जे पता नहीं लगा करांगे किवें। सतगुरु ने एक श्लोक कहा, कहन लगे जदों मनुख इत्थों जाएगा ना रब दे घर विच, अगों उहनूं उलामियां दी बारिश सहनी पैगी, उलामे मिलणगे बहुत ज़्यादा। पुछया जी क्यों? कहंदे उलामे तां मिलणगे जिस कारज लई आया सी वो करके नहीं मुड़िया, जदों वापस गया ते 100 दिन दे उलामे मिलणगे भी दिने तू नहीं ठीक किया, ते 1000 उलामा रात दा मिलेगा। ये बचन आउंदा है ना, 100 ते 1000 दी गल कीती गई है। पुछया जी दिन दे 100 ते रात दे 1000 क्यों? क्योंकि बचन आउंदा 100 उलामे दिन के राती मिलन सहंस, सहंस दे अर्थ ने 1000 ते 100 दा अर्थ तुसी सीधा समझदे हो। पुछया जी 100 दिन दे 100 ते रात दे 900 वध क्यों गए? कहंदे दिने नहीं सी नाम जपिया, रात भी नहीं जपिया। इत्थे रात दे अर्थ की ने? इत्थे रात दे अर्थ आ रात नहीं जिहड़ी हुण शुरू होण वाली सौण वाली, इहदे विच ते बंदे ने आराम करना है। इहदे विच ये नहीं कह रहे भी तू रात नूं नाम नहीं जपिया। इत्थे रात दे अर्थ ने रात दा पिछला पहर, जिन्हों कहंदे ने अमृत वेला। कहंदे जे कोई दिने रब नूं भुलाउंदा है ना, उहनूं ते 100 उलामा मिलेगा, पर जे अमृत वेले भुला गया तो 900 उलामा वध जाएगा, उन्होंने 1000 उलामा मिलेगा रब नूं। क्योंकि ये जिहड़ा समय मैं बेनती करदिआं, अमृत वेला जिहड़ा है सूरज चढ़न तो 2.5 घंटे पहला वक्त, ये संसार वास्ते बनाया ही कोई नहीं रब ने, ये दुनिया वास्ते बनाया ही कोई नहीं, ये संसार लई नहीं। बाकी दे जिहड़े बनता है समा 21.5 घंटे के करीब, उन्होंने असी संसार लिए वरत सकते। तो मैं भी बेनती करदिआं, जे 21.5 घंटियां विच साडा नहीं ना कुछ बनया संसार विच, तो उन्हां 2.5 घंटियां नाल भी कख नहीं जे बनना। बंदा उलामे दिंदा है, कहंदा जी करिए कि काम नहीं चलता, काम बहुत है, किवें करिए? जे उन्हां 21.5 घंटियां विच कख नहीं बनया, तो जेड़े सवेर वाले 2.5 घंटे ने उन्हां विच भी कख नहीं बनेगा। और ये सच्चाई है, सतगुरु ने एक बचन किया है, तू उन्हां 2.5 घंटियां नूं संभाल लै, गुरु तेरे 21 घंटियां विच बरकत पा देगा। उहदे विच वो इक्को ही ते समय जेड़ा संसार वास्ते नहीं है, पर मनुख उन्होंने गुजार देंदा है, सौ के गुजार देंदा है, समय नूं गुजार देंदा है। फरीद साहब कहंदे ने कि उस रात विच जिन्हों कहा भी तेनों 1000 उलामे मिलणगे, फरीद जी ने एक बड़ा संसी खेज खुलासा किया है, ज्ञान की गल की है। वो कहंदे ने जदों अमृत वेला हुंदा है ना, उस वेले परमात्मा अपनी झोली विच दातां पा के हर एक बंदे दे मंजे दे सराणे ते आउंदा है। जिहड़े सुते हुंदे ने वो सुते रहिंदे ने, जिहड़े जागदे ने उन्हां दी झोली विच पा जांदा। आ श्लोक तुसीं पढ़ोगे गुरु ग्रंथ साहिब जी की बाणी विच, फरीद साहब दे बड़े प्यारे बचन ने, फरीदा रात कथूरी वंडिया। इत्थे रात दे अर्थ फिर अमृत वेला होवेगा। कथूरी दा अर्थ है कस्तूरी। रात वेले अमृत वेले खुदा हर एक बंदे दे सराणे आउंदा है। असीं कहने आ साडे ते आया नहीं, साडे ते आया नहीं। तुसीं कदी वेखना अमृत वेले भावें कोई किवें दा बंदा, एक बारी उन्होंने जाग जरूर आवेगी, पासा जरूर बदलेगा। की होया? कोई बिल्कुल ही भागहीन है। अमृत वेले एक बारी अंदरों कितों कुछ खड़केगा, जागेगा मनुख।
ਕੁਦਰਤ ਸਾਰੀ ਜਾਗਦੀ ਉਸ ਵੇਲੇ। ਤਾਂ ਹੀ ਤੇ ਕਿਹਾ ਪੰਛੀਆਂ ਕੋਲੋਂ ਹੀ ਜਿਉਣਾ ਸਿੱਖ ਲੈ, ਤੈਨੂੰ ਬੰਦਾ ਬਣ ਕੇ ਜਿਉਣ ਦੀ ਜਾਚ ਨਹੀਂ ਆਈ। ਪੰਛੀਆਂ ਕੋਲੋਂ ਹੀ ਸਿੱਖ, ਕਿਉਂਕਿ ਪੰਛੀਆਂ ਕੋਲ ਕੋਈ ਘੜੀ ਨਹੀਂ, ਉਹਨਾਂ ਕੋਲ ਕੋਈ ਅਲਾਰਮ ਨਹੀਂ, ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਵੀ ਕਿੰਨੇ ਵੱਜ ਗਏ ਨੇ। ਪਰ ਤੁਸੀਂ ਕਦੀ ਵੇਖਣਾ ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਪੰਛੀ ਆਪਣੇ ਆਲ੍ਹਣਿਆਂ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ। ਕੁਦਰਤ ਦਾ ਨਿਯਮ। ਪਰ ਹੁਣ ਅਸੀਂ ਕਰੀਏ ਕੀ? ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਤੈਨੂੰ ਨਹੀਂ ਜਿਉਣਾ ਨਹੀਂ ਆਉਂਦਾ, ਨਾ ਤੂੰ ਗ੍ਰੰਥਾਂ ਤੋਂ ਸਿੱਖ ਸਕਣਾ, ਚੱਲ ਤੂੰ ਹੋਰ ਕਿਤੇ ਨਾ ਸਿੱਖ, ਤੂੰ ਕੁਦਰਤ ਕੋਲੋਂ ਹੀ ਸਿੱਖ ਲੈ। ਤੂੰ ਰੁੱਖਾਂ ਵੱਲ ਵੇਖ ਲੈ, ਜਿਉਂ ਹੀ ਸੂਰਜ ਡੁੱਬਦਾ ਹੈ ਰੁੱਖ ਆਪਣੇ ਪੱਤੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ। ਕੁਦਰਤ ਵੱਲ ਵੇਖ, ਕੁਦਰਤ ਦੇ ਅਨੁਸਾਰ ਜਿਉਂ ਰਹੇ ਨੇ ਰੁੱਖ, ਉਹ ਆਪਣੇ ਪੱਤੇ ਇਕੱਠੇ ਕਰਨੇ ਸ਼ੁਰੂ ਕਰ ਦਿੰਦੇ ਨੇ। ਉਹਨਾਂ ਤੋਂ ਸਿੱਖ ਲੈ ਬਈ ਰਾਤ ਪੈ ਗਈ ਏ, ਹੁਣ ਕੰਮ ਸਾਰੇ ਸਮੇਟ ਦੇ, ਹੁਣ ਜਿੰਨਾ ਕੁ ਤੂੰ ਰੱਬ ਨੂੰ ਚੇਤੇ ਕਰਨਾ ਕਰ, ਤੇ ਹੁਣ ਤੇਰੇ ਆਰਾਮ ਕਰਨ ਦਾ ਵਕਤ ਹੈ। ਇਸ਼ਾਰਾ ਕਰਦੇ। ਪਰ ਅਸੀਂ ਕਰੀਏ ਕਿ ਜਦੋਂ ਕੁਦਰਤ ਸੌਣ ਦੀ ਤਿਆਰੀ ਕਰਦੀ ਹੈ ਅਸੀਂ ਉਦੋਂ ਜਾਗਨੇ ਹਾਂ, ਸਾਡੀ ਜਾਗ ਉਦੋਂ ਸ਼ੁਰੂ ਹੁੰਦੀ। ਇਸ ਲਈ ਕਿਸੇ ਨੇ ਕਿਹਾ ਅੰਮ੍ਰਿਤ ਵੇਲੇ ਨਹੀਂ ਜਾਗਿਆ ਜਾਂਦਾ। ਪੁੱਛਿਆ ਕਿਸੇ ਗੁਰਮੁਖ, ਉਹਨੇ ਕਿਹਾ ਪਹਿਲਾਂ ਸੌਣ ਦੀ ਜਾਚ ਸਿੱਖੋ, ਫਿਰ ਅੰਮ੍ਰਿਤ ਵੇਲੇ ਵੀ ਜਾਗਿਆ ਜਾਏਗਾ। ਜਿਹੜੇ ਬੰਦੇ ਨੇ ਰਾਤ ਦੇ 2 ਵਜੇ ਤੱਕ ਸੌਣਾ ਹੀ ਨਹੀਂ, ਬਾਜ਼ਾਰ ਵਿੱਚੋਂ ਰੋਟੀ ਖਾ ਕੇ ਆਉਣੀ, ਸਵੇਰੇ ਉੱਠ ਕੇ ਕਹੇ ਜੀ ਮੈਨੂੰ ਅੰਮ੍ਰਿਤ ਵੇਲੇ ਜਾਗ ਆ ਜਾਏਗੀ, ਸਰੀਰ ਨੇ ਤੇ ਨੀਂਦ ਮੰਗਣੀ ਹੈ। ਸਾਡੀਆਂ ਸਾਰੀਆਂ ਚੀਜ਼ਾਂ ਕੁਦਰਤ ਦੇ ਅਨੁਕੂਲ ਨਹੀਂ ਰਹੀਆਂ, ਉਲਟ ਹੋ ਗਈਆਂ। ਪਹਿਲਾਂ ਇਹ ਬਹੁਤ ਚੰਗਾ ਸੀ, ਪ੍ਰਬੰਧ ਨਹੀਂ ਸਨ। ਸੂਰਜ ਦੇ ਚਾਨਣੇ ਪ੍ਰਸ਼ਾਦਾ ਲੋਕ ਖਾ ਲੈਂਦੇ ਸਨ, ਤੇ ਸਵੇਰੇ ਆਪਣੇ ਆਪ ਬੰਦੇ ਨੂੰ ਜਾਗ ਆ ਜਾਂਦੀ। ਇਸ ਕਰਕੇ ਕਹਿੰਦੇ ਪੰਛੀਆਂ ਤੋਂ ਸਿੱਖ ਜ਼ਿੰਦਗੀ ਜਿਉਣ ਦੀ ਜਾਚ। ਉਹਨਾਂ ਨੇ ਕਦੀ ਖਜ਼ਾਨੇ ਨਹੀਂ ਇਕੱਠੇ ਕੀਤੇ, ਪਰੰਦੇ ਨਾ ਗਰਾਹ ਜਰ, ਦਰਖਤ ਆਬ ਆਸ ਧਰ, ਉਹਨਾਂ ਤੋਂ ਜਿਉਣਾ ਸਿੱਖ। ਮੈਂ ਉਸ ਪੰਕਤੀ ਨੂੰ ਫਿਰ ਲਵਾਂ ਜਿਹਦੇ ਵਿੱਚ ਕਹਿੰਦੇ ਜੇ ਤੂੰ ਫਰੀਦ ਸਾਹਿਬ ਕਹਿੰਦੇ ਕਿ ਰਾਤ ਕਥੂਰੀ ਵੰਡੀਐ, ਰੱਬ ਕਸਤੂਰੀ ਦਾ ਝੋਲਾ ਭਰ ਕੇ ਤੇਰੇ ਸਰਾਣੇ ਆ ਕੇ ਉਡੀਕ ਉਡੀਕ ਕੇ ਤੈਨੂੰ ਸੁੱਤੇ ਨੂੰ ਵੇਖ ਕੇ ਹਰ ਰੋਜ਼ ਮੁੜ ਜਾਂਦਾ ਹੈ। ਤੂੰ ਉਹਨੂੰ ਕਿੱਥੋਂ ਲੱਭਦਾ ਫਿਰਨਾ, ਤੂੰ ਕਿੱਥੋਂ ਖੋਜਦਾ ਫਿਰਨਾ, ਉਹ ਤੇ ਤੇਰੇ ਕੋਲ ਆਉਂਦਾ ਹੈ। ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੈ ਨਾ ਭਾਓ। ਭਾਓ ਦੇ ਅਰਥ ਨੇ ਹਿੱਸਾ। ਜਿਹੜੇ ਸੁੱਤੇ ਸਨ ਉਹਨਾਂ ਦਾ ਹਿੱਸਾ ਵਾਪਸ ਤੁਰ ਗਿਆ, ਵਾਪਸ ਚਲਾ ਗਿਆ। ਜਿਹੜੇ ਲੈਣ ਵਾਸਤੇ ਜਾਗੇ ਨਹੀਂ। ਪਰ ਕਹਿੰਦੇ ਜਿਨ੍ਹਾਂ ਨੈਣ ਨਿੰਦਰਾਵਲੇ, ਨਿੰਦਰਾਵਲੇ ਦਾ ਮਤਲਬ ਪਤਾ ਕੀ? ਨਿੰਦਰਾਵਲੇ ਦਾ ਮਤਲਬ ਜਦੋਂ ਬੰਦੇ ਨੂੰ ਨੀਂਦ ਆਉਂਦੀ ਹੋਵੇ ਤੇ ਨੀਂਦ ਨੂੰ ਤੋੜੇ, ਉਦੋਂ ਅੱਖਾਂ ਵਿੱਚ ਨੀਂਦ ਆਉਂਦੀ, ਅੱਖਾਂ ਵਿੱਚ ਰੜਕ ਵੀ ਪੈਂਦੀ ਹੈ ਤੇ ਥੋੜੀ ਜਿਹੀ ਲਾਲੀ ਵੀ ਆਉਂਦੀ। ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕਵਾਓ, ਉਹਨਾਂ ਦੇ ਮਿਲਣ ਦੇ ਰਸਤੇ ਖੁੱਲ੍ਹ ਜਾਂਦੇ ਨੇ। ਮੈਨੂੰ ਇੱਕ ਹੋਰ ਖਿਆਲ ਗੁਰਬਾਣੀ ਵਿੱਚੋਂ ਆ ਗਿਆ, ਇਸ ਸੰਬੰਧ ਵਿੱਚ ਬੇਨਤੀ ਕਰਦਾ ਜਾਵਾਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ 2-3 ਸਵਾਲ ਕਰਦੇ ਨੇ, ਪੁੱਛਦੇ ਨੇ ਹੇ ਰੱਬਾ ਮੈਂ ਤੇਰੇ ਅੱਗੇ ਕੀ ਚੜਾਵਾਂ, ਖੁਸ਼ ਹੋਵੇਂ ਤੇ ਦਰਵਾਜ਼ਾ ਖੋਲ੍ਹਦਾ ਤੇ ਤੇਰੇ ਦਰਸ਼ਨ ਹੋ ਜਾਣ ਤੇ ਤੂੰ ਮੇਰੇ ਨਾਲ 2-4 ਗੱਲਾਂ ਕਰੇ। ਇਹ ਸਵਾਲ ਕੀਤਾ ਰੱਬ ਨੂੰ, ਮੈਂ ਕੀ ਚੜਾਵਾਂ ਤੇਰੇ ਵਾਸਤੇ? ਕੋਈ ਬੜੇ ਸੋਹਣੇ ਪ੍ਰਸ਼ਾਦ ਤਿਆਰ ਕਰਕੇ ਚੜਾਵਾਂ, ਕਿ ਫੁੱਲ ਚੜਾਵਾਂ, ਕਿ ਮਾਇਆ ਦਿਆਂ, ਕਿ ਹੋਰ ਕੁਝ ਕਵਾਂ, ਕੀ ਕਰਾਂ? ਤੇ ਸ਼ਬਦ ਵਿੱਚ ਸਵਾਲ ਵਿੱਚ ਕਿਹਾ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੈਂ ਤੇਰੇ ਅੱਗੇ ਕੀ ਰੱਖਾਂ ਜਿਹਦੇ ਨਾਲ ਤੂੰ ਖੁਸ਼ ਹੋਵੇਂ ਤੇ ਤੇਰਾ ਦਰਵਾਜ਼ਾ ਮੈਨੂੰ ਤੇਰਾ ਘਰ ਦਿਸ ਪਵੇ। ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰ ਬਾਰ। ਦਰ ਦੇ ਅਰਥ ਨੇ ਦਰਵਾਜ਼ਾ, ਬਾਰ। ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੈਂ ਆਪਣੇ ਮੂੰਹ ਤੋਂ ਕਿਹੜੇ ਸ਼ਬਦ ਬੋਲਾਂ ਕਿ ਉਹਨਾਂ ਨੂੰ ਸੁਣ ਕੇ ਤੂੰ ਮੈਨੂੰ ਪਿਆਰ ਕਰਨ ਲੱਗ। 2 ਅਰਦਾਸਾਂ ਕੀਤੀਆਂ, 2 ਸਵਾਲ ਕੀਤੇ। ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਤੇ ਅੱਗੋਂ ਆਵਾਜ਼ ਆਈ, ਕਹਿਣ ਲੱਗੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਂ ਤੇਰੀ ਜ਼ਿੰਦਗੀ ਦੀ ਇੱਕ ਸਭ ਤੋਂ ਪਿਆਰੀ ਚੀਜ਼ ਤੇਰੇ ਤੋਂ ਮੰਗਣੀ, ਸਭ ਤੋਂ ਪਿਆਰੀ ਚੀਜ਼। ਹੁਣ ਕੀ ਪਤਾ ਉਹ ਕਿਹੜੀ ਪਿਆਰੀ ਸੀ, ਰੱਬ ਕੀ ਮੰਗ ਲਵੇ।
ਤੇ ਗੁਰੂ ਸਾਹਿਬ ਕਹਿੰਦੇ ਰੱਬ ਨੇ ਮੇਰੇ ਤੋਂ ਇੱਕ ਚੀਜ਼ ਮੰਗੀ। ਉਹ ਕਿਹੜੀ? ਅੰਮ੍ਰਿਤ ਵੇਲੇ ਦੀ ਨੀਂਦ ਉਹਨੇ ਮੰਗ ਲਈ। ਅੰਮ੍ਰਿਤ ਵੇਲੇ ਦੀ ਨੀਂਦ ਸਭ ਤੋਂ ਪਿਆਰੀ ਜੇ ਬੰਦੇ ਨੂੰ। ਤੁਸੀਂ ਕਦੀ ਵੇਖਣਾ, ਸਵੇਰੇ ਹੀ ਤਜਰਬਾ ਕਰਕੇ ਵੇਖ ਲੈਣਾ, ਦੂਰ ਦੀ ਗੱਲ ਹੀ ਨਹੀਂ। ਇੰਨਾ ਕੁਝ ਵੀ ਸਵਾਦ ਨਹੀਂ ਲੱਗਦਾ ਜਿੰਨਾ ਬੰਦਾ ਸਵੇਰੇ ਸੌਣ ਲੱਗਿਆ ਯਤਨ ਕਰਦਾ ਸੌਣ ਦਾ। ਹਾਂ, ਜਿਹੜੇ ਲੋਕ ਜਾਗਣ ਲੱਗ ਪੈਣ ਫਿਰ ਉਹ ਤੇ ਵੱਖਰੇ ਨਾ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਪਰ ਜਿੱਥੇ ਅਸੀਂ ਆਮ ਹਾਲਤ ਵਿੱਚ ਵਿਚਰਨੇ ਹਾਂ, ਗੁਰੂ ਸਾਹਿਬ ਕਹਿੰਦੇ ਮੈਂ ਪੁੱਛਿਆ ਤੇਰੇ ਅੱਗੇ ਰੱਖੀਏ ਕੀ ਤੇ ਤੈਨੂੰ ਬੋਲੀਏ ਕੀ, ਜਿਹਦੇ ਨਾਲ ਸੁਣ ਕੇ ਤੂੰ ਮੈਨੂੰ ਪਿਆਰ ਕਰੇ। ਤੇ ਰੱਬ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੂੰ ਅੰਮ੍ਰਿਤ ਵੇਲੇ ਦੀ ਗਹਿਰੀ ਨੀਂਦ ਮੇਰੇ ਵਾਸਤੇ ਛੱਡ ਦੇ, ਮੈਂ ਤੇਰੇ ਨਾਲ ਪਿਆਰ ਨਾਲ ਬੋਲਾਂਗਾ ਵੀ, ਤੇ ਮੈਂ ਤੈਨੂੰ ਆਪਣਾ ਦਰਵਾਜ਼ਾ ਵੀ ਦਿਖਾ ਦਿਆਂਗਾ। ਇਹ ਭੇਟ ਹੈ ਉਹਦੀ। ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹੋਵੇ, ਸੱਚ ਨਾਉ ਉਸ ਵੇਲੇ ਸੱਚੇ ਨਾਮ ਦਾ ਉਚਾਰਨ ਕਰੇ, ਵਡਿਆਈ ਵਿਚਾਰ ਕਰੇ ਉਹਦੇ ਤੋਂ ਬਾਅਦ ਜੇ ਕੋਈ ਸਫਲ ਹੋ ਗਿਆ ਫਿਰ ਕੀ ਮਿਲੇਗਾ? ਕਹਿੰਦੇ ਕਰਮੀ ਆਵੇ ਕੱਪੜਾ, ਉਹਨੂੰ ਫਿਰ ਬਖਸ਼ਿਸ਼ ਰੂਪੀ ਪ੍ਰੇਮ ਦਾ ਕੱਪੜਾ ਮਿਲੇਗਾ ਰੱਬ ਵੱਲ। ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ, ਤੇ ਮੋਕਸ਼ ਦਾ ਦਰਵਾਜ਼ਾ ਉਹਦੀ ਨਜ਼ਰ ਵਿੱਚ ਆ ਜਾਏਗਾ। ਮੈਂ ਗੱਲ ਕਰ ਰਿਹਾ ਸੀ 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ। ਜੇ ਕੋਈ ਅੰਮ੍ਰਿਤ ਵੇਲੇ ਨਹੀਂ ਜਾਗਿਆ 900 ਉਲਾਮਾ ਵੱਧ ਗਿਆ। ਜਦੋਂ ਵਾਪਸ ਮੁੜਿਆ ਤੇ ਗੁਰੂ ਸਾਹਿਬ ਕਹਿੰਦੇ ਉਲਾਮੇ ਮਿਲੇ, ਤੇ ਉਲਾਮੇ ਕਾਹਦੇ ਮਿਲੇ? ਕਹਿੰਦੇ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਇਹਨਾਂ ਤੁਕਾਂ ਵੱਲ ਧਿਆਨ ਦੇਣਾ। ਕਰੰਗ ਕਹਿੰਦੇ ਨੇ ਜਿੱਥੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਈ ਜਾਏ ਤੇ ਮਾਸ ਖਾ ਜਾਣ, ਇੱਲਾਂ ਆਦਿ ਪਿੱਛੋਂ ਸੁੱਕੇ ਕਰੰਗ ਬਚਦੇ ਨੇ, ਹੱਡੀਆਂ ਬਚਦੀਆਂ, ਉਹਨਾਂ ਨੂੰ ਕਰੰਗ ਕਹਿੰਦੇ। ਜੇ ਇਸ ਕੱਕੇ ਦੇ ਥੱਲੇ ਔਂਕੜ ਆ ਜਾਏ ਕੁਰੰਗ ਦੇ ਅਰਥ ਹੋਵੇਗਾ ਹਿਰਨ। ਪਰ ਜੇ ਸਿੱਧਾ ਕਰੰਗ ਲਿਖਿਆ ਉਹਦੇ ਅਰਥ ਹੋਣਗੇ ਮਰੇ ਹੋਏ ਪਸ਼ੂ ਦਾ ਕੰਕਾਲ। ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਜੇ ਕਿਸੇ ਕੰਕਾਲ ਨੂੰ, ਕਿਸੇ ਮਰੇ ਹੋਏ ਪਸ਼ੂ ਦੇ ਕੰਕਾਲ ਦੇ ਉੱਤੇ, ਹੱਡੀਆਂ ਦੇ ਉੱਤੇ ਆ ਕੇ ਕੌਆ ਬੈਠ ਜਾਏ, ਫਿਰ ਤੇ ਸੁਭਾਵਿਕ ਲੱਗਦਾ ਕੁਦਰਤੀ, ਕਿਉਂਕਿ ਉਹਦਾ ਕੰਮ ਹੀ ਦੁਰਗੰਧੀ ਕੋਲ ਬਹਿਣਾ ਹੈ। ਕਹਿੰਦੇ ਅਫਸੋਸ ਇਸ ਗੱਲ ਦਾ, ਕਹਿੰਦੇ ਹੰਸ ਵੀ ਕਰੰਗ ਦੇ ਉੱਤੇ ਹੱਡੀਆਂ ਤੇ ਆ ਕੇ ਬਹਿ ਗਿਆ। ਇਹ ਦੋ ਬਚਨ ਕਹੇ ਕਰੰਗੀ ਲੱਗਾ ਹੰਸ। ਇਹ ਬੜੀ ਗਹਿਰੀ ਪੰਕਤੀ ਹੈ, ਥੋੜ੍ਹਾ ਜਿਹਾ ਧਿਆਨ ਦਿਓ। ਸਾਡੇ ਸਰੀਰ ਵਿੱਚ ਇਹ ਦੋਵੇਂ ਪੰਛੀ ਨੇ, ਕੌਆ ਤੇ ਹੰਸ। ਦੋ ਬਿਰਤੀਆਂ ਨੇ ਸਾਡੇ ਵਿੱਚ। ਇੱਕ ਬਿਰਤੀ ਤੇ ਕੁਦਰਤੀ ਹੈ। ਗੁਰੂ ਸਾਹਿਬ ਕਹਿੰਦੇ ਕਿ ਮਨੁੱਖ ਦਾ ਇੱਕ ਹਿੱਸਾ ਹੈ ਸਰੀਰ, ਇੱਕ ਹਿੱਸਾ ਹੈ ਆਤਮਾ, ਜਿਹਨੂੰ ਹੰਸ ਕਿਹਾ। ਸਰੀਰ ਸੰਸਾਰ ਦਾ ਕੰਮ ਕਰੇ, ਸੰਸਾਰ ਦੇ ਵਿੱਚ ਵੇਖੇ ਬੋਲੇ ਸੁਣੇ ਕੰਮ ਕਰੇ, ਇਹ ਤਾਂ ਗੱਲ ਫੱਬਦੀ ਏ। ਸੰਸਾਰ ਦੇ ਕੁਝ ਭੋਗ ਵੀ ਕਰਨ ਦੀ ਇਜਾਜ਼ਤ ਦਿੱਤੀ ਗਈ ਧਰਮ ਵੱਲੋਂ, ਪਰ ਕਹਿੰਦੇ ਨੁਕਸ ਉਦੋਂ ਪੈ ਗਿਆ ਜਦੋਂ ਇਹਦੀ ਸੁਰਤ ਰੂਪੀ ਹੰਸ ਵੀ ਪਦਾਰਥਾਂ ਤੇ ਬਹਿ ਗਿਆ। ਸਾਡਾ ਧਿਆਨ ਵੀ ਪਦਾਰਥਾਂ ਵਿੱਚ ਫਸ ਗਿਆ। ਹੰਸ ਜਿਹੜਾ ਉਹਨੇ ਹੱਡੀਆਂ ਖਾਣੀਆਂ ਸ਼ੁਰੂ ਕਰ ਦਿੱਤਾ। ਸਾਡੇ ਵਿੱਚ ਦੋ ਬਿਰਤੀਆਂ ਨੇ, ਆ ਇੱਕ ਤੇ ਸਰੀਰ ਹੈ, ਸਰੀਰ ਨੇ ਤੇ ਸੰਸਾਰ ਦਾ ਕੰਮ ਕਰਨਾ ਹੈ, ਇਹਨੂੰ ਸੰਸਾਰ ਵਿੱਚ ਜਾਣਾ ਹੀ ਪੈਣਾ ਹੈ, ਕੰਮ ਕਰਨਾ ਪਏਗਾ, ਪੜ੍ਹਨਾ ਲਿਖਣਾ ਪਏਗਾ, ਸਭ ਕੁਝ। ਪਰ ਨੁਕਸਾਨ ਉਦੋਂ ਹੋਏਗਾ ਜਦੋਂ ਸਾਡੇ ਅੰਦਰਲਾ ਹੰਸ, ਸਾਡੇ ਅੰਦਰਲੀ ਸੁਰਤ ਵੀ ਪਦਾਰਥਾਂ ਦੇ ਵਿੱਚ ਜਾ ਕੇ ਔਰ ਖੁੱਭੀ ਹੋਈ। ਉਦੋਂ ਮਨੁੱਖ ਦਾ ਜੀਵਨ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ, ਗਲਤ ਚੀਜ਼ਾਂ ਸਿੰਬਲ ਹੋ ਗਈਆਂ, ਇਕੱਠੀਆਂ ਹੋ ਗਈਆਂ। ਸਤਿਗੁਰੂ ਨੇ ਕਿਹਾ ਤੂੰ ਇੱਥੇ ਆਇਆ ਸੀ ਅੰਦਰੋਂ ਕਰਦਾ ਸਿਫਤ ਤੇ ਸਰੀਰ ਨਾਲ ਕਰਦਾ ਸੰਸਾਰ ਦੇ ਕੰਮ, ਪਰ ਤੈਨੂੰ ਭੁੱਲ ਗਿਆ, ਚੇਤਾ ਭੁੱਲ ਗਿਆ। ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੇ ਉਪਦੇਸ਼ ਗੁਰੂ ਸਾਹਿਬ ਨੇ ਦਿੱਤੇ ਨੇ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਕਿਸੇ ਫਕੀਰ ਨੇ ਕਿਹਾ ਸੀ ਵੀ ਤੁਸੀਂ ਕਾਹਦੇ ਗੁਰੂ? ਗੁਰੂ ਤੇ ਹੁੰਦਾ ਹੈ ਸਿੱਧੇ ਸਾਦੇ ਕੱਪੜੇ ਪਾਏ ਹੋਣ। ਹੁਣ ਮਹਾਰਾਜ 6ਵੇਂ ਪਾਤਸ਼ਾਹ ਉਹ ਤੇ ਬਾਦਸ਼ਾਹ ਸਨ,
ਤੇ 2 ਤਲਵਾਰਾਂ ਪਹਿਨੀਆਂ ਸਨ, ਕਲਗੀ ਲਾਉਂਦੇ ਸਨ, ਵੱਧ ਤੋਂ ਵੱਧ ਘੋੜੇ ਸਨ ਉਹਨਾਂ ਕੋਲ, ਸਾਰਾ ਸਾਜੋ ਸਮਾਨ ਸੀ। ਉਸ ਫਕੀਰ ਨੂੰ ਜਦੋਂ ਮਿਲੇ, ਸ਼ਾਹ ਦੌਲਾ ਉਹਦਾ ਨਾਮ ਸੀ, ਉਹਦੇ ਡੇਰੇ ਗਏ। ਉਹਨੇ ਵੇਖ ਕੇ ਹੈਰਾਨੀ ਭਰਿਆ, ਕਿਉਂਕਿ ਨਾਲ ਪੁੱਤਰ ਸਨ, ਨਾਲ ਇਸਤਰੀ, ਨਾਲ ਪਰਿਵਾਰ ਸਨ, ਸ਼ਾਨੋ ਸ਼ੌਕਤ ਸੀ। ਉਹਨੇ ਪੁੱਛ ਲਿਆ ਕਿ ਗੁਰੂ ਕਿਆ ਤੇ ਪੁੱਤਰ ਕਿਆ, ਗੁਰੂ ਕਿਆ ਤੇ ਇਸਤਰੀ ਕਿਆ, ਭਾਵ ਇਹਦਾ ਉਹਦੇ ਨਾਲ ਕੀ ਜੋੜ ਹੈ? ਗੁਰੂ ਕਿਆ ਤੇ ਦੌਲਤ ਕਿਆ, ਆ ਧਨ ਕਾਹਦੇ ਵਾਸਤੇ ਰੱਖਿਆ? ਸਤਿਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਸਜਣਾ, ਦੌਲਤ ਗੁਜਰਾਨ ਹੈ, ਜੇ ਤੇ ਦੌਲਤ ਨਾਲ ਸਰੀਰ ਦਾ ਗੁਜ਼ਾਰਾ ਕਰਨਾ ਹੈ ਫਿਰ ਇਹ ਪਾਪ ਨਹੀਂ ਹੈ। ਧਨ ਕਾਹਦੇ ਵਾਸਤੇ ਆ? ਸਰੀਰ ਦਾ ਪਾਲਣ ਪੋਸ਼ਣ ਕਰਨ ਵਾਸਤੇ, ਇਸ ਵਾਸਤੇ। ਧਨ ਨੂੰ ਗਲਤ ਨਹੀਂ ਕਿਹਾ ਗੁਰੂ ਸਾਹਿਬ ਨੇ, ਧਨ ਦੀ ਵਰਤੋਂ ਜਦੋਂ ਗਲਤ ਕੀਤੀ ਉਦੋਂ ਸਤਿਗੁਰੂ ਨੇ ਕਿਹਾ ਗਲਤ ਹੈ। ਦੌਲਤ ਗੁਜਰਾਨ ਹੈ, ਔਰਤ ਈਮਾਨ ਹੈ, ਇਸਤਰੀ ਤੇ ਪੁਰਸ਼ ਈਮਾਨ ਨੇ ਇੱਕ ਦੂਜੇ ਵਾਸਤੇ। ਪੁੱਤਰ ਨਿਸ਼ਾਨ ਹੈ, ਪੁੱਤਰ ਨੂੰ ਵੇਖ ਕੇ ਰੱਬ ਚੇਤੇ ਆਉਂਦਾ ਹੈ। ਦੂਧ ਪੂਤ ਕੇ ਦਵਈਆ, ਰੋਗ ਸ਼ੋਭ ਕੇ ਮਟਈਆ। ਪੁੱਤਰ ਨਿਸ਼ਾਨ ਹੈ। ਫਿਰ ਕਹਿੰਦੇ ਫਕੀਰੀ ਕੀ ਏ? ਕਹਿੰਦੇ ਫਕੀਰੀ ਨਾ ਹਿੰਦੂ ਨਾ ਮੁਸਲਮਾਨ ਹੈ, ਫਕੀਰੀ ਦਾ ਮਜ਼ਹਬਾਂ ਨਾਲ ਕੋਈ ਸੰਬੰਧ ਨਹੀਂ, ਉਸ ਤੋਂ ਉੱਚਾ ਹੈ। ਅਸੀਂ ਭੁੱਲੇ ਹਾਂ। ਸਤਿਗੁਰੂ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਮਤ ਸਮਝਣਾ, ਇਹਨਾਂ ਉਪਦੇਸ਼ਾਂ ਵੱਲ ਧਿਆਨ ਨਾ ਦੇਣਾ। ਜਿਹੜੇ ਲੋਕ ਤੁਹਾਨੂੰ ਉਪਦੇਸ਼ ਦਿੰਦੇ ਨੇ ਸੰਸਾਰ ਝੂਠਾ ਹੈ, ਸੰਸਾਰ ਦਾ ਧਨ ਕੰਮ ਕਰਨ ਦੀ ਕੋਈ ਲੋੜ ਨਹੀਂ। ਨਹੀਂ, ਉਹਨਾਂ ਨੂੰ ਪੁੱਛੋ ਇਹ ਚੀਜ਼ਾਂ ਤੁਸੀਂ ਤੇ ਵਰਤ ਰਹੇ ਹੋ, ਸਾਨੂੰ ਕਿਉਂ ਰੋਕਦੇ ਹੋ? ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਚਾਹੁੰਦਾ ਮੇਰੇ ਸਿੱਖ ਦਾ ਘਰ, ਉਹਦੀਆਂ ਕੰਧਾਂ, ਉਹਦੀਆਂ ਇੱਟਾਂ ਸੋਨੇ ਦੀਆਂ ਬਣੀਆਂ ਹੋਣ, ਪਲਸਤਰ ਦੇ, ਉਹਨਾਂ ਕੰਧਾਂ ਨੂੰ ਮੋਤੀ ਲੱਗੇ ਹੋਣ, ਉਹਨਾਂ ਨੂੰ ਹੀਰੇ ਲੱਗੇ ਹੋਣ, ਇੰਨਾ ਕੀਮਤੀ ਘਰ ਬਣ ਜਾਏ। ਇਹ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕਹਿੰਦੇ ਮੈਂ ਚਾਹੁੰਦਾ ਮੋਤੀ ਤਾਂ ਮੰਦਰ ਉਸਰੈ, ਮੇਰੇ ਸਿੱਖ ਦੇ ਮੰਦਰ ਜਿਹੜੇ ਘਰ ਨੇ ਮੋਤੀਆਂ ਦੇ ਬਣੇ ਹੋਣ। ਰਤਨੀ ਤਾਂ ਹੋਏ ਜੜਾਓ, ਪੱਥਰ ਦੇ ਥਾਂ ਤੇ ਰਤਨ ਲੱਗੇ ਹੋਣ, ਜੜੇ ਹੋਣ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਵਿੱਚ ਸੁਗੰਧੀਆਂ ਆਉਣ ਮੇਰੇ ਸਿੱਖ ਦੇ ਘਰ ਵਿੱਚ, ਇੰਨਾ ਸੋਹਣਾ ਹੋਵੇ। ਪਰ ਸਤਿਗੁਰੂ ਨੇ ਕਿਹਾ, ਸਿੱਖਾ ਵੇਖੀ, ਇੰਨਾ ਸੋਹਣਾ ਘਰ ਵੇਖ ਕੇ ਮਤ ਦੇਖ, ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਕਿਤੇ ਸਾਰਾ ਦਿਨ ਇਹਦੀਆਂ ਕੰਧਾਂ ਨੂੰ ਨਾ ਵਹਿੰਦਾ ਰਹੇ, ਤੈਨੂੰ ਜਪਜੀ ਸਾਹਿਬ ਪੜ੍ਹਨਾ ਭੁੱਲ ਹੀ ਜਾਏ। ਫਿਰ ਇਹ ਘਰ ਜਿਹੜਾ ਹੈ, ਇਹ ਘਰ ਨਹੀਂ, ਇਹ ਕੈਦਖਾਨਾ ਹੈ ਤੇਰੇ ਵਾਸਤੇ। ਇਹ ਤੇ ਦੋਜਕ ਹੈ, ਇਹ ਤੇ ਨਰਕ ਹੈ। ਹੋਰ ਕਿਹੜੀ ਨਰਕ ਲੱਭੇਗਾ? ਉਸ ਨਰਕ ਦਾ ਤੇ ਪਤਾ ਨਹੀਂ, ਇਹ ਸੋਨੇ ਦੀ ਬਣੀ ਹੋਈ ਨਰਕ ਹੈ। ਤੂੰ ਨਰਕ ਵਿੱਚ ਪੈ ਗਿਆ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਫਿਰ ਕਹਿੰਦੇ ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਗੁਰੂ ਤੋਂ ਪੁੱਛਿਆ ਕਿ ਹੋਰ ਕੋਈ ਥਾਂ ਨਹੀਂ ਮਨੁੱਖ ਨੂੰ ਸੰਤੁਸ਼ਟੀ ਦੇਣ ਵਾਸਤੇ। ਅੱਗੇ ਹੋਰ ਮੈਂ ਬਹੁਤੇ ਵਿਸਤਾਰ ਵਿੱਚ ਨਹੀਂ ਜਾ ਸਕਦਾ, ਸ਼ਬਦ ਦੇ ਅਰਥ ਕਰਨੇ ਨੇ। ਗੱਲ ਇਹ ਕਈ, ਚੇਤਾ ਨਾ ਭੁੱਲੇ ਅੰਦਰੋਂ। ਜਿੰਨੇ ਸਾਧਨ ਨੇ ਨਾ, ਕਾਹਦੇ ਵਾਸਤੇ ਨੇ? ਅਸੀਂ ਪ੍ਰਸ਼ਾਦਾ ਪਕਾ ਰਹੇ ਹਾਂ ਕਿ ਛਕ ਰਹੇ ਹਾਂ, ਕਿ ਦਫ਼ਤਰ ਵਿੱਚ ਕੰਮ ਕਰ ਰਹੇ ਹਾਂ, ਕਿ ਖੇਤ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਇਹ ਹੈ, ਅੰਦਰ ਇੱਕ ਆਵਾਜ਼ ਚੱਲਦੀ ਰਹੇ ਸਿੱਖ ਦੇ ਨਾਮ। ਯਤਨ ਕਰੇ ਤੇ ਅੰਦਰ ਤਾਂ ਚੱਲੇਗੀ, ਤੁਰਦਿਆਂ ਤਾਂ ਚੱਲੇਗੀ ਜੇ ਬਹਿ ਕੇ ਕੁਝ ਕੀਤਾ ਹੈ। ਖਿਆਲ ਰੱਖ, ਕਈ ਮੇਰੇ ਵਰਗੇ ਆਉਣਗੇ ਤੁਹਾਨੂੰ ਸਮਝਾਉਣ ਵੀ ਕੋਈ ਲੋੜ ਨਹੀਂ ਸਿੱਖ ਨੂੰ ਚੌਂਕੜਾ ਮਾਰਨ ਦੀ। ਬੜੇ ਆਉਣਗੇ, ਕੋਈ ਲੋੜ ਨਹੀਂ ਜੀ ਕਰਨ ਦੀ, ਗੁਰੂ ਸਾਹਿਬ ਨੇ ਕਿਰਪਾ ਕਰ ਹੀ ਦਿੱਤੀ ਹੈ ਪਹਿਲਾਂ। ਬਸ ਤੁਸੀਂ ਹੱਥਾਂ ਨਾਲ ਕੰਮ ਕਰੋ ਤੇ ਰੱਬ ਨੂੰ ਯਾਦ ਰੱਖੋ।
ਕਿਹੜੇ ਰੱਬ ਨੂੰ ਯਾਦ ਰੱਖੋ? ਅਜੇ ਤੇ ਅਸੀਂ ਆਪਣੇ ਆਪ ਨੂੰ ਯਾਦ ਨਹੀਂ ਕੀਤਾ, ਰੱਬ ਨੂੰ ਯਾਦ ਕਿੱਥੋਂ ਕਰਨਾ? ਉਹ ਤੇ ਬੜੀ ਦੂਰ ਦੀ ਘਟਨਾ ਹੈ। ਅਜੇ ਤੇ ਅਸੀਂ ਆਪਣੇ ਆਪ ਨੂੰ ਨਹੀਂ ਵੇਖਿਆ ਤੇ ਰੱਬ ਨੂੰ ਕਿੱਥੋਂ ਵੇਖਣਾ? ਨਹੀਂ, ਪਹਿਲਾਂ ਸਿੱਖ ਆਪਣੇ 24 ਘੰਟਿਆਂ ਦੇ ਵਿੱਚੋਂ 2-2.5 ਘੰਟੇ ਜ਼ਰੂਰ, ਭਾਵੇਂ ਕੁਝ ਵੀ ਕਰੇ, ਬਾਣੀ ਜਿਹੜੀ ਚੰਗੀ ਲੱਗੇ ਉਹ ਪੜ੍ਹੇ, ਉਹ ਕਰਦਾ ਤੇ ਫਿਰ ਉਹ ਅਵਸਥਾ ਆਉਂਦੀ ਜਿਹਦੇ ਵਿੱਚ ਹਾਥ ਪਾਏ ਕਰ ਕੰਮ ਸਭ ਚੀਤ ਨਰੰਜਨ ਨਾਲ। ਤੇ ਜਦੋਂ ਚੇਤਾ ਆਉਣ ਲੱਗ ਪਏ ਉਹਦਾ, ਫਿਰ ਇੱਕ ਹੋਰ ਗੱਲ ਕਹੀ ਬਾਣੀ ਵਿੱਚ, ਕਿਉਂਕਿ ਜਦੋਂ ਉਹਦਾ ਚੇਤਾ ਪੱਕਣ ਲੱਗ ਪੈਂਦਾ, ਅੰਦਰ ਯਾਦ ਬਣਨ ਲੱਗ ਪੈਂਦੀ, ਉੱਥੇ ਇੱਕ ਖਤਰਾ ਬੜਾ ਵੱਡਾ ਹੈ। ਉੱਥੇ ਖਤਰਾ ਹੈ ਵੀ ਚੇਤਾ ਕਰਨ ਵਾਲੇ ਨੂੰ ਹੰਕਾਰ ਆ ਸਕਦਾ ਹੈ ਕਿ ਮੈਂ ਚੇਤਾ ਕਰ। ਉਹਦੇ ਵਾਸਤੇ ਸਤਿਗੁਰਾਂ ਨੇ ਫਿਰ ਦੂਜੀ ਕਲਾਸ ਕਹੀ। ਤੁਸੀਂ ਕਹੋਗੇ ਵੀ ਇਹ ਕਿੱਥੋਂ? ਸਤਿਗੁਰੂ ਨੇ ਇੱਕ ਬਚਨ ਕੀਤਾ ਹੈ, ਕਹਿਣ ਲੱਗੇ ਅਗਲੀ ਗੱਲ ਵੀ ਸੁਣ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਤੂੰ ਗੁਰੂ ਕੋਲ ਇੱਕ ਕਦਮ ਤੁਰ ਕੇ ਆਇਆ ਨਾ ਆਪਣੇ ਘਰੋਂ, ਤੈਨੂੰ ਪਤਾ ਹੋਣਾ ਚਾਹੀਦਾ ਹੈ ਤੂੰ ਨਹੀਂ ਤੁਰ ਕੇ ਆਇਆ, ਗੁਰੂ ਤੈਨੂੰ ਅੱਗੋਂ ਹਜ਼ਾਰਾਂ ਕਦਮ ਲੈਣ ਗਿਆ ਸੀ। ਹੁਣ ਆਉਣ ਦਾ ਵੀ ਹੰਕਾਰ ਮਿਟ ਗਿਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਗੁਰੂ ਕਰਾਂਦਾ ਹੈ। ਹੁਣ ਸਿੱਖ ਇਹ ਜਾਣਨ ਲੱਗ ਪਿਆ ਵੀ ਮੈਂ ਨਹੀਂ ਕਰਦਾ, ਗੁਰੂ ਮੇਰੇ ਤੋਂ ਕਰਾਈ ਜਾਂਦਾ ਹੈ, ਉਹ ਮੇਰੇ ਨਾਲ ਹੈ, ਉਹ ਮੇਰਾ ਅੰਗ ਸੰਗ ਸਹਾਈ ਹੈ, ਮੇਰੀ ਸਹਾਇਤਾ ਕਰਦਾ ਹੈ, ਮੇਰੇ ਨਾਲ ਤੁਰਦਾ ਹੈ। ਔਰ ਜਿਨਨੇ ਆਪਣਾ ਆਪ ਗੁਰੂ ਨੂੰ ਸੌਂਪਿਆ, ਗੁਰੂ ਨੇ ਫਿਰ ਆਪਣਾ ਆਪ ਉਹਨੂੰ ਸੌਂਪ ਦਿੱਤਾ। ਇਹ ਪ੍ਰੇਮ ਦੀ ਦੁਵੱਲੀ ਸਾਂਝ ਹੈ, ਦੋਹਾਂ ਪਾਸਿਓਂ ਸਾਂਝ ਹੈ। ਆ ਇੱਕ ਸਿੱਖ ਦਾ ਜ਼ਿਕਰ ਤੁਸੀਂ ਸੁਣਿਆ ਵੀ ਹੋਵੇਗਾ। ਸਿੱਖ ਗੁਰੂ ਦੇ ਨੇੜੇ ਆ ਗਿਆ ਤੇ ਕਈ ਵਾਰੀ ਉਹ ਸੋਚਦਾ ਹੈ। ਆ ਸਵੇਰੇ ਇੱਕ ਮੈਨੂੰ ਫੋਨ ਤੇ ਕਿਸੇ ਨੇ ਕਿਹਾ ਬਈ ਮੈਂ ਜਦੋਂ ਦਾ ਅੰਮ੍ਰਿਤ ਛਕਿਆ ਬਾਣੀ ਪੜ੍ਹਦੀ ਆ, ਬੀਬੀ ਸੀ ਕੋਈ, ਕਹਿੰਦੇ ਘਰ ਦੇ ਵਿਰੋਧ ਬੜਾ ਕਰਦੇ, ਮੈਂ ਤੇ ਇਕੱਲੀ ਆ। ਮੈਂ ਕਿਹਾ ਵੀ ਇਕੱਲੀ ਨਹੀਂ ਤੂੰ, ਇਹ ਤੇਰਾ ਭਰਮ ਹੈ। ਸਿੱਖ ਇਕੱਲਾ ਨਹੀਂ ਹੁੰਦਾ, ਗੁਰੂ ਉਹਦੇ ਨਾਲ ਸਦਾ। ਕਹਿੰਦੇ ਇਹ ਸਾਨੂੰ ਤੇ ਨਹੀਂ ਪਤਾ ਵੀ ਗੁਰੂ ਸਾਡੇ ਨਾਲ ਹੈ। ਮੈਂ ਕਿਹਾ ਇਹ ਗੱਲ ਪੱਕੀ ਹੈ, ਸਿੱਖ ਨੂੰ ਥੋੜ੍ਹਾ ਪਤਾ ਗੁਰੂ ਮੇਰੇ ਨਾਲ ਹੈ ਕਿ ਨਹੀਂ। ਪਰ ਇੱਕ ਸਿਧਾਂਤ ਤੇ ਸਿੱਖ ਕੰਮ ਕਰਦਾ ਹੈ, ਉਹ ਇਹ ਸੋਚਦਾ ਹੈ ਅੱਜ ਮੇਰੇ ਕੋਲ ਮੈਨੂੰ ਗੁਰੂ ਨੂੰ ਵੇਖਣ ਵਾਲੀ ਅੱਖ ਨਹੀਂ, ਮੈਂ ਗੁਰੂ ਨੂੰ ਨਹੀਂ ਵੇਖ ਰਿਹਾ, ਪਰ ਇਹ 100% ਸੱਚਾਈ ਹੈ, ਮੇਰਾ ਗੁਰੂ ਮੈਨੂੰ ਵੇਖ ਰਿਹਾ ਹੈ, ਮੈਂ ਨਹੀਂ ਵੇਖ ਰਿਹਾ, ਗੁਰੂ ਮੈਨੂੰ ਵੇਖ ਰਿਹਾ ਹੈ। ਤੇ ਜਦੋਂ ਇਹ ਸਿਧਾਂਤ ਪੱਕ ਜਾਏਗਾ, ਫਿਰ ਕਦੀ ਸਿੱਖ ਇਕੱਲਾ ਨਹੀਂ ਹੋਵੇਗਾ। ਇਕੱਲਾ ਹੈ ਹੀ ਨਹੀਂ, ਗੁਰੂ ਸਿੱਖ ਦੇ ਹਮੇਸ਼ਾ ਨੇੜੇ ਰਹਿੰਦਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਬਿਲਕੁਲ ਨੇੜੇ ਹੈ, ਉਹਨੂੰ ਪਤਾ ਨਹੀਂ ਲੱਗਣ ਦਿੰਦਾ, ਉਹਦੀ ਸਿਕਿਉਰਿਟੀ ਵਿੱਚ ਹੈ, ਉਹਦੇ ਚੌਹਾਂ ਪਾਸੇ ਘੇਰਾ ਪਾ ਕੇ ਖੜਾ, ਚੌਹਾਂ ਪਾਸੇ ਨਾਲ ਹੈ। ਆਨੰਦਪੁਰ ਸਾਹਿਬ ਦੀ ਇੱਕ ਘਟਨਾ 2-4 ਮਿੰਟਾਂ ਵਿੱਚ ਸਾਂਝੀ ਕਰਦੇ ਹਾਂ। ਇੱਕ ਸਿੱਖ ਤੇ ਬੜੀ ਬਖਸ਼ਿਸ਼ ਹੋਈ ਕਲਗੀਆਂ ਵਾਲੇ ਪਾਤਸ਼ਾਹ ਦੀ। ਆਨੰਦਪੁਰ ਸਾਹਿਬ ਆਇਆ, ਛੋਟਾ ਜਿਹਾ ਸੀ, ਮਾਤਾ ਪਿਤਾ ਨਾਲ ਦਰਸ਼ਨ ਕਰਨ ਆਇਆ। ਸਤਿਗੁਰਾਂ ਦੇ ਦਰਸ਼ਨ ਕਰਨ ਜਦੋਂ ਅੰਦਰ ਗਿਆ, ਹੈ ਬੱਚਾ ਸੀ ਤੇ ਸਤਿਗੁਰੂ ਨੂੰ ਪਿਆਰਾ ਬੜਾ ਲੱਗਾ। ਕੁਦਰਤੀ ਉਹਦਾ ਮੱਥਾ ਇਸ ਤਰ੍ਹਾਂ ਦਾ ਸੀ। ਹਜ਼ੂਰ ਨੇ ਮੌਜ ਵਿੱਚ ਆ ਕੇ ਆਵਾਜ਼ ਦਿੱਤੀ, ਕਹਿੰਦੇ ਮੇਰੇ ਕੋਲ ਆ। ਜਦੋਂ ਨੇੜੇ ਆਇਆ, ਉਹਦੀ ਬਾਂਹ ਫੜ ਲਈ, ਪਿਆਰ ਵਿੱਚ ਲਾਡ ਵਿੱਚ ਆ ਕੇ ਕਹਿੰਦੇ ਤੇਰਾ ਨਾਂ ਕੀ ਹੈ? ਨਾਂ ਸੀ ਉਹਦਾ ਘਰਦਿਆਂ ਨੇ ਜੋਗਾ ਰੱਖਿਆ ਸੀ। ਕਹਿੰਦੇ ਮੇਰਾ ਨਾਂ ਜੋਗਾ ਹੈ। ਕੋਈ ਸਮਾਂ ਸੀ, ਕੋਈ ਉਹਦੇ ਭਾਗ ਸਨ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸ਼ਬਦ ਕਹਿ ਦਿੱਤੇ, ਜੋਗਿਆ ਤੂੰ ਕਿਹਦੇ ਜੋਗਾ ਹੈ? ਤੇ ਉਹਦੇ ਜਵਾਬ ਤੋਂ ਪਤਾ ਲੱਗਦਾ ਉਹ ਬੱਚਾ ਆਮ ਨਹੀਂ ਸੀ ਜਿਹੜਾ ਉਹਨੇ ਜਵਾਬ ਦਿੱਤਾ। ਉਹ ਬੱਚਾ ਆਮ ਨਹੀਂ ਸੀ, ਨਹੀਂ ਤੇ ਵੱਡੇ ਬੰਦੇ ਨੂੰ 1-2 ਸਵਾਲ ਕਰੋ, ਤੀਜੀ ਵਾਰੀ ਉਹਨੂੰ ਪਤਾ ਨਹੀਂ ਲੱਗਦਾ ਜਵਾਬ ਕਿਹੜਾ ਦੇਣਾ। ਫਿਰ ਗੁਰੂ ਅੱਗੇ ਜਵਾਬ ਦੇਣਾ ਛੋਟੀ ਗੱਲ ਥੋੜ੍ਹੀ ਹੈ।
ਵਾਕਈ ਕੋਈ ਪੁਰਾਣੀ ਸ਼ਖਸੀਅਤ ਸੀ। ਜਦੋਂ ਪੁੱਛਿਆ ਕਿਹਦੇ ਜੋਗਾ ਤੂੰ ਜੋਗਿਆ, ਉਹਨੇ ਇੱਕ ਬਹੁਤ ਵੱਡੀ ਗੱਲ ਕਰ ਦਿੱਤੀ। ਕਹਿਣ ਲੱਗਾ ਮਹਾਰਾਜ ਤੁਹਾਡੇ ਜੋਗਾ। ਸਾਂਝ ਬਹੁਤ ਡੂੰਘੀ ਪੈ ਗਈ। ਸਤਿਗੁਰੂ ਜਦੋਂ ਉਹਨੇ ਸ਼ਬਦ ਕਹੇ ਨਾ, ਉਹਦੀ ਬਾਂਹ ਫੜ ਕੇ ਨਾ ਉਹਦੇ ਮੱਥੇ ਵੱਲ ਵਹਿੰਦੇ ਨੇ। ਸੋਚੀ ਪੈ ਗਏ, ਥੋੜੇ ਜਿਹੇ ਚਿੰਤਾ ਵਿੱਚ ਚਲੇ ਗਏ। ਕਹਿਣ ਲੱਗੇ ਜੋਗਿਆ ਤੂੰ ਕਹਿ ਤੇ ਦਿੱਤਾ ਹੈ ਮੈਂ ਤੇਰੇ ਜੋਗਾ, ਹੁਣ ਮੈਨੂੰ ਤੇਰਾ ਸਾਥ ਨਿਭਾਉਣਾ ਪੈਣਾ ਹੈ। ਹੁਣ ਤੂੰ ਮੇਰੇ ਜੋਗਾ ਹੈ, ਮੈਂ ਤੇਰੇ ਜੋਗਾ। ਪਰ ਉਹਦੇ ਮੱਥੇ ਵੱਲ ਵੇਖ ਕੇ ਕਹਿੰਦੇ ਜੋਗਿਆ ਵੇਖ ਕੇ ਤੁਰੀ, ਤੂੰ ਮੇਰੇ ਨਾਲ ਤੁਰਿਆ ਤੇ ਜਿਹੜੇ ਰਾਹ ਤੇ ਤੁਰਿਆ ਇਹਦੇ ਤੇ ਚਿੱਕੜ ਤੇ ਤਿਲਕਣਾ ਬਹੁਤ ਹੈ ਰਾਹ, ਇਹ ਵੇਖ ਕੇ ਤੁਰੀ। ਉੱਥੇ ਰਹਿ ਗਿਆ, ਇਹਨੇ ਅੰਮ੍ਰਿਤ ਛਕਿਆ, ਅੰਮ੍ਰਿਤ ਪਾਨ ਕੀਤਾ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ। ਇਹ ਮੈਂ ਬੇਨਤੀ ਜ਼ਰੂਰ ਵਿੱਚ ਕਰ ਦਿਆਂ ਕਿ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੇ 22 ਤਰੀਕ ਤੱਕ ਚੱਲਣੇ ਨੇ, ਜਿੰਨੇ ਵੀ ਸਰੀਰਾਂ ਦਾ ਮਨ ਬਣਦਾ ਹੈ ਅੰਮ੍ਰਿਤ ਛਕਣ ਵਾਸਤੇ ਨਾਮ ਜ਼ਰੂਰ ਲਿਖਾਓ ਪ੍ਰਬੰਧਕਾਂ ਦੇ। ਜਿਨ੍ਹਾਂ ਨੇ ਛਕਿਆ ਉਹਨਾਂ ਨੂੰ ਮੁਬਾਰਕ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਪ੍ਰਬੰਧਕਾਂ ਕੋਲ ਨਾਮ ਲਿਖਾਉਣ, ਫਿਰ ਕਿਤੇ ਨਾ ਕਿਤੇ ਪ੍ਰਬੰਧ ਕਰ ਦਿੱਤਾ ਜਾਏਗਾ ਉਹਨਾਂ ਦੇ ਅੰਮ੍ਰਿਤ ਛਕਣ ਦਾ। ਕਿਉਂਕਿ ਇਹ ਸਿੱਖ ਵਾਸਤੇ ਇੱਕ ਜ਼ਰੂਰੀ ਕਾਰਜ ਹੈ, ਜ਼ਰੂਰੀ ਕੰਮ ਹੈ। ਜੋਗਾ ਸਿੰਘ ਰਿਹਾ, ਸਤਿਗੁਰਾਂ ਦੇ ਆਲੇ ਦੁਆਲੇ ਕੰਮ ਕਰਦਾ ਰਿਹਾ, ਜਵਾਨ ਹੋ ਗਿਆ। ਮਾਤਾ ਪਿਤਾ ਬੇਨਤੀ ਕਰਦੇ ਨੇ ਕਿ ਜੋਗੇ ਦਾ ਵਿਆਹ ਕਰ ਦਈਏ। ਹਜ਼ੂਰ ਨੇ ਕਿਹਾ ਚਲਾ ਜਾ, ਪਰ ਉਹਦਾ ਪਿਆਰ ਬੜਾ ਸੰਘਣਾ ਸੀ। ਕਹਿਣ ਲੱਗਾ ਮੈਂ ਜਾਣਾ ਨਹੀਂ, ਛੋਟੀ ਗੱਲ ਨਹੀਂ ਸੀ, ਮੈਂ ਤੁਹਾਡੇ ਕੋਲ ਹੀ ਰਹਿਣਾ। ਹਜ਼ੂਰ ਨੇ ਕਿਹਾ ਜੋਗਿਆ ਫਿਰ ਆ ਜਾਈਂ, ਜਾ ਤੂੰ ਚਲਾ ਜਾ, ਜਾ। ਜਦੋਂ ਉਹਨੂੰ ਭੇਜਿਆ ਨਾ, ਉਹਦੇ ਨਾਲ ਇੱਕ ਸਿੱਖ ਭੇਜ ਦਿੱਤਾ ਕਸਵੱਟੀ ਵਾਸਤੇ। ਉਹਦੇ ਤੇ ਲਿਖ ਦਿੱਤਾ ਵੀ ਜੋਗਿਆ, ਪਰਚੀ ਦਿੱਤੀ ਉਸ ਸਿੱਖ ਨੂੰ, ਕਾਗਜ਼ ਦਿੱਤਾ। ਕਹਿੰਦੇ ਜੋਗਿਆ ਜਿੱਥੇ ਖੜਾ ਹੈ, ਜਿਹੜਾ ਕੰਮ ਕਰ ਰਿਹਾ ਹੈ, ਵਿੱਚ ਹੀ ਛੱਡ ਕੇ ਹੁਣੇ ਆਨੰਦਪੁਰ ਸਾਹਿਬ ਆ ਜਾ। ਸਿੱਖ ਨੂੰ ਸਮਝਾ ਦਿੱਤਾ ਵੀ ਜਦੋਂ ਇਹਦਾ ਆਨੰਦ ਕਾਰਜ ਹੋਵੇਗਾ ਨਾ, ਉਦੋਂ ਦਈਏ ਪਰਚੀ ਇਹਦੇ ਸਾਹਮਣੇ। ਕਿਉਂਕਿ ਗੁਰੂ ਜਦੋਂ ਕਿਸੇ ਨੂੰ ਕੋਈ ਵੱਡੀ ਦਾਤ ਦਿੰਦਾ ਨਾ, ਕਸਵੱਟੀ ਜ਼ਰੂਰ ਲਾਉਂਦਾ ਹੈ। ਕਸਵੱਟੀ ਤੋਂ ਬਿਨਾਂ ਨਹੀਂ ਮਿਲਦੀ ਦਾਤ। ਕਸਵੱਟੀ ਬੜੀ ਵੱਡੀ ਸੀ। ਹੁਣ ਇਤਿਹਾਸ ਵਿੱਚ ਲਿਖਿਆ ਵੀ 3 ਲਾਵਾਂ ਲਈਆਂ ਸਨ ਤੇ ਉਹ ਪਰਚੀ ਅੱਗੇ ਕਰ ਦਿੱਤੀ। ਜਾਂ ਕਈਆਂ ਨੇ ਕਿਹਾ ਨਹੀਂ, ਲਾਵਾਂ ਤੇ ਪੂਰੀਆਂ ਹੋ ਗਈਆਂ ਸਨ। ਕੁਝ ਵੀ ਹੋਵੇ, ਜੇ ਲਾਵਾਂ ਪੂਰੀਆਂ ਵੀ ਹੋ ਗਈਆਂ ਸਨ, ਵਿਆਹ ਵਾਲਾ ਹੋਵੇ ਦਿਨ ਸਿੱਖ ਦਾ, ਤੇ ਫਿਰ ਵੀ ਉਹ ਗੁਰੂ ਨੂੰ ਯਾਦ ਰੱਖੇ, ਬਸ ਇਹ ਨਿਸ਼ਾਨੀ ਜੇ ਸਿੱਖ। ਨਹੀਂ ਤੇ ਬੜੇ ਬੜੇ ਵੱਡੇ ਆਪਾਂ ਗੱਲਾਂ ਕਰਨੇ ਆ। ਜਦੋਂ ਕਿਤੇ ਵਿਆਹ ਦੀ ਗੱਲ ਚੱਲਦੀ, ਕਿਤੇ ਸ਼ਾਦੀ ਤੇ ਗੱਲ ਚੱਲਦੀ ਏ, ਉਸ ਥਾਂ ਤੇ ਫਿਰ ਸਭ ਕੁਝ ਹੁੰਦਾ ਹੈ, ਸਭ ਕੁਝ ਚੱਲਦਾ ਹੈ। ਉੱਥੇ ਸਿੱਖੀ ਦਾ ਪਤਾ ਲੱਗਦਾ ਹੈ। ਜੋਗਾ ਚਲਾ ਗਿਆ, ਉਹਦਾ ਵਿਆਹ ਸ਼ੁਰੂ ਹੋਇਆ। ਵਿਆਹ ਦੇ ਵਿਚਕਾਰ ਉਹ ਪੱਤਰ ਉਹ ਨਾਲ ਗਏ ਸਿੱਖ ਨੇ ਅੱਗੇ ਕਰ ਦਿੱਤਾ, ਜਿਹਦੇ ਉੱਤੇ ਲਿਖਿਆ ਸੀ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਨਾਲ, ਜੋਗਿਆ ਜਿੱਥੇ ਖੜਾ ਹੈ ਵਿੱਚ ਹੀ ਕੰਮ ਛੱਡ ਕੇ ਆਨੰਦਪੁਰ ਸਾਹਿਬ ਆ ਜਾ। ਆਨੰਦਪੁਰ ਸਾਹਿਬ ਦੀ ਗੱਲ ਪੜ੍ਹੀ, ਲਿਖਾਈ ਪਹਿਚਾਨ ਲਈ ਕਲਗੀਆਂ ਵਾਲੇ ਦੀ, ਉੱਥੇ ਹੀ ਸਿੱਟਿਆ ਸਭ ਕੁਝ। ਘਰ ਵਿੱਚ ਇਸਤਰੀ ਹੈ, ਮਾਂ ਬਾਪ ਨੇ, ਰਿਸ਼ਤੇਦਾਰ ਨੇ, ਉਹਨਾਂ ਨੇ ਬਹੁਤ ਰੋਕਿਆ, ਪਰ ਜੋਗੇ ਨੇ ਕਿਹਾ ਨਹੀਂ, ਜੇ ਕਲਗੀਆਂ ਵਾਲੇ ਦਾ ਹੁਕਮ ਆ ਗਿਆ, ਮੈਂ ਕਿਸੇ ਦੀ ਪਰਵਾਹ ਨਹੀਂ ਕਰਨੀ। ਸਭ ਵਿੱਚ ਹੀ ਛੱਡ ਕੇ ਆਨੰਦਪੁਰ ਸਾਹਿਬ ਵੱਲ ਤੁਰ ਪਿਆ। ਮੰਜ਼ਲਾ ਮਾਰਦਾ ਤੁਰਿਆ ਆਉਂਦਾ ਹੈ। ਹੁਣ ਆਨੰਦਪੁਰ ਸਾਹਿਬ ਨੂੰ ਰਾਹ 2 ਜਾਂਦੇ ਨੇ, ਇੱਕ ਹੁਸ਼ਿਆਰਪੁਰ ਦਾ, ਇੱਕ ਕੀਰਤਪੁਰ ਸਾਹਿਬ ਦਾ। ਇੱਥੇ ਕਿਸੇ ਬੜੀ ਸੋਹਣੀ ਗੱਲ ਲਿਖੀ। ਇਹਨੂੰ ਰਾਤ ਪੈ ਗਈ ਹੁਸ਼ਿਆਰਪੁਰ। ਹੁਣ ਅੰਦਰ ਇੱਕ ਮਾਨ ਆਇਆ ਵੀ ਸਿੱਖ ਤੇ ਹੋਰ ਵੀ ਬੜੇ ਨੇ, ਪਰ ਜੋਗਿਆ ਤੇਰੇ ਵਰਗਾ ਸਿੱਖ ਨਹੀਂ ਜਿਹੜਾ ਵਿਆਹ ਵੀ ਵਿੱਚ ਹੀ ਛੱਡ ਆਇਆ ਗੁਰੂ ਵਾਸਤੇ। ਸਾਧ ਸੰਗਤ ਜੀ, ਸੰਭਾਵਨਾ ਸਿਰੇ ਤੇ ਜਾ ਕੇ ਡਿੱਗਣ ਦੀ ਹੈ, ਖਿਆਲ ਰੱਖਣਾ, ਬਿਲਕੁਲ ਸਿਰੇ ਤੇ। ਮਾਨ ਆਇਆ ਅੰਦਰ ਜ਼ਰੂਰ, ਤੇ ਜਿਉਂ ਹੀ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ। ਗੁਰੂ ਦਾ ਪਹਿਰਾ ਸਿੱਖ ਤੇ ਰਹਿੰਦਾ ਹੈ, ਪਰ ਜਦੋਂ
सिख विच हौमै आ जाती, वो पैरा पासे हो जाता। ये गुरु ग्रंथ साहिब जी कहते, जदों क्या ना भी जोगिया तेरे वर्गी कुर्बानी किसी ने की, गुरु का हथ सिर तो चुकया गया। सिर चुकन हथ चुके जान की देर सी, मन विच वासना प्रवेश करके वेसवा के घर के अगे चला गया हुशियारपुर। हुण कित्थे अपना घर छड्डिया सी, कित्थे दूसरे घर के सामने चला गया। उत्थे जांदा है पर उहदे वेसवा के दरवाजे के सामने कोई साधु सोटी लैके खड़ा। जदों उत्थों लंघदा तो सोटी खड़कांदा है जमीन ते, फिर वापस आ जांदा। सारी रात कई गेड़े ने उस दरवाजे अगों दी कड्ढे, लंघदा रहा उस वेसवा के घर जाण वास्ते, पर वो जिहड़ा एक फकीर सी, पता नहीं कौन सी, उथों ना हटिया। लंघदियां लंघदियां अखीर नूं 2-3 का टाइम हो गया, जिन्हों अमृत वेला कहते। तो जदों अमृत वेला हुंदा है ना, उस वेले सिख की बुद्धि विच बहुत भारा बदलाव आउंदा है, एकदम फर्क पैंदा। संसार विचों निकल के वो रब दे घर वल तुरदा है। अमृत वेले ने चमकारा मारिया ते अंदरों जोगे दा असली रूप जाग पिया। उन्हें अपने आप नूं फिटकार पाई, वो मना किहड़े पासे तुरिया फिरना, इन्ना वड्डा त्याग करके आया है। ते हुण राह विच उस वेले आनंदपुर साहिब वल तुरिया, अखां विच जल सी, पर फिर भी सोचदा सी शायद गुरु नूं पता लगा है कि नहीं लगा। तुरदा तुरदा आनंदपुर साहिब गया। अगे दिन चढ़ चुका सी, दीवान की समाप्ति हो चुकी सी। कलगियां वाले पातशाह अपने तखत ते बैठे ने, पैर लमका के। जोगा सामने तुरिया आउंदा। मैं बेनती कर रहा सा, गुरु सिख दा पहरेदार पहरा देंदा है उहदा। जोगा तुरिया जांदा है, सामने सतगुरु पैर लमका के बैठे ने। नेड़े गया तो सतगुरां ने जान बुझ के थोड़ियां जिहियां अखां बंद कर लईआं, जिवें कोई आदमी नींद विच हुंदा है, थोड़ा जिहा ऊंघदा जिवें। अखां बंद कर लईआं। जोगे ने वेख्या भी सतगुरु इंज लगदा जिवें आराम पै करदे ने, ढोल आ गए, नींद विच लगदे ने, ऊंघदे ने, किवें बुलावां। ये सोचिया भी पैरां नूं हथ लाउणा वा, पैर घुटना, आपे अखां खोदणगे, पुछ लैणगे, मैं नमस्कार कर लवांगा। जदों पैर फड़े ना, पैर 1-2 वारी घुट्टे कलगियां वाले दे। सतगुरां ने अख खोली, वेख्या ते बचन कीता, कहंदे जोगिया ना तू रात सौण देना है, ना तू दिने सौण देंदा है। जोगा समझिया नहीं अजे भी, कहन लगे रात भी नहीं सौण दिता तू। जदों ये शब्द कहे ना, थोड़ी जी अंदर घंटी वज गई। हुण आराम करन लगा सी, हुण फिर तू मेरे पैरां नूं आके छेड़ दिता है, मैनूं आराम कर लैण। भाई जोगे दीआं अखां विचों पानी बह पिया। कहन लगा महाराज रात तुसीं आराम मैं नहीं करन दिता? कहंदे हाँ, याद कर अज तू कई साल पहला तू मैनू कहा सी मैं तेरे जोगा। जोगिया मैनू उदण ही पता सी तेरे जीवन की इस घटना, मैनू पता सी तेरे मस्तक ते एक लेख है जिन्हें तेनू पाप की दुनिया विच डोबना है। पर उस दिन तू मैनू बांह फड़ा दी। मेरा सुभाव है बांह जिन्हां दी पकड़ी है सिर दीजै, बांह ना छोड़िए। रात सारी रात सोटी खड़काण वाला कोई होर नहीं सी। मैनू ये सब कुछ छड्ड के तेरा पहरा देना पिया। गुरु इन्ना नेड़े सिख दे जिहड़ा अपना आप सौंपदा उन्नू जगा के रखदा है, उहदा चेता उजागर कर देंदा है, उन्नू जिंदगी दा राह दस देंदा है कि तू शरीर नाल ते करना है काम ते चेता रखना है उस सिरजनहार दा। ते चेता आउंदा है बाणी दे राहीं। इत्थे शब्द है चेतर। चेत दे महीने विच कहंदे ने चेता कर, जिवें दा उदों मौसम है चेत दे महीने दा मौसम।
ਉਹਦੇ ਵਿੱਚ ਕਹਿੰਦੇ ਚੇਤ ਗੋਬਿੰਦ ਅਰਾਧਿਐ। ਸਿੱਖ ਨੂੰ ਜਦੋਂ ਕਿਹਾ ਚੇਤਰ ਦੇ ਮਹੀਨੇ ਵਿੱਚ ਨਾਮ ਜਪ, ਉਹਨੇ ਪੁੱਛਿਆ ਮਿਲੇਗਾ ਕੀ? ਕਹਿੰਦੇ ਹੋਵੈ ਆਨੰਦ ਘਣਾ। ਘਣਾ ਦੇ ਅਰਥ ਨੇ ਸੰਘਣਾ। ਤੈਨੂੰ ਇੱਕ ਸੰਘਣਾ ਆਨੰਦ, ਸੰਘਣਾ ਰਸ ਤੇਰੇ ਹੀ ਸਰੀਰ ਦੇ ਵਿੱਚੋਂ ਮਿਲੇਗਾ। ਜੇ ਤੂੰ ਉਹਦੇ ਤੱਕ ਚਲਾ ਗਿਆ ਫਿਰ ਤੈਨੂੰ ਸ਼ਰਾਬ ਦੀ ਬੋਤਲ ਵੇਖ ਕੇ ਮੂੰਹ ਵਿੱਚੋਂ ਪਾਣੀ ਨਹੀਂ ਆਏਗਾ। ਉਹ ਰਸ ਉਹਦੇ ਤੋਂ ਕਰੋੜਾਂ ਗੁਣਾ ਮਿੱਠਾ ਹੈ। ਉਹ ਨਸ਼ਾ ਬਹੁਤ ਡੂੰਘਾ ਹੈ, ਜਿਹਦੇ ਅੱਗੇ ਸੰਸਾਰ ਮਿੱਟੀ ਹੋ ਜਾਏਗਾ, ਛੋਟਾ ਰਹਿ ਜਾਏਗਾ। ਉਹ ਰਸ ਤੈਨੂੰ ਮਿਲੇਗਾ। ਹੋਵੇ ਆਨੰਦ ਘਣਾ। ਫਿਰ ਇੱਕ ਹੋਰ ਤਾਕੀਦ ਕੀਤੀ ਕਿ ਜੇ ਤੂੰ ਉਹਦੀ ਅਰਾਧਨਾ ਕਰਨੀ ਹੈ ਸੰਗਤ ਜ਼ਰੂਰ ਕਰੀ। ਹਜ਼ੂਰ ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਸੰਤ ਜਨਾਂ ਦੀ ਸੰਗਤ ਕਰੀ, ਸਾਧ ਸੰਗਤ ਕਰੀ, ਗੁਰਮੁਖਾਂ ਦੀ ਸੰਗਤ ਜ਼ਰੂਰ ਕਰੀ, ਤਾਂ ਕਿ ਤੈਨੂੰ ਉਸ ਰਸਤੇ ਦੇ ਵਿੱਚ ਵਿਕਾਸ ਕਰਨ ਵਿੱਚ ਬਹੁਤੀ ਦੇਰ ਨਾ ਲੱਗੇ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਭਣਾ ਦੇ ਅਰਥ ਬੋਲਣਾ ਨਹੀਂ। ਭਣਾ ਦੇ ਅਰਥ ਨੇ ਜਦੋਂ ਸਿੱਖ ਜਪਦਾ ਹੈ ਪਹਿਲਾਂ ਤੇ ਉੱਚੀ ਜਪਦਾ ਹੈ ਤੇ ਫਿਰ ਉਸ ਆਵਾਜ਼ ਨੂੰ ਸਲੋ ਕਰਦਾ ਜਾਂਦਾ ਹੈ। ਜਦੋਂ ਆਵਾਜ਼ ਥੋੜੀ ਜਿਹੀ ਰਹਿ ਜਾਂਦੀ ਹੈ, ਸਿਰਫ ਉਹਦੇ ਕੰਨਾਂ ਤੱਕ ਹੀ ਜਾਂਦੀ, ਉਹਨੂੰ ਕਹਿੰਦੇ ਨਾਮ ਨੂੰ ਭਣਨਾ, ਨਾਮ ਨੂੰ ਸਲੋ ਬੋਲਣਾ। ਫਿਰ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਸਚਾਈ ਵਿੱਚ ਆਏ ਹੋਏ ਉਹ ਹੀ ਗਿਣੇ ਗਏ ਨੇ। ਭਾਵ ਜਿਵੇਂ ਜ਼ਿਮੀਦਾਰ ਫਸਲ ਬੀਜਦਾ ਹੈ ਨਾ, ਫਸਲ ਉਹ ਬੀਜੀ ਗਿਣੀ ਜਾਂਦੀ ਹੈ ਜਿਹਨੂੰ ਸਿੱਟਾ ਲੱਗ ਜਾਏ। ਜਿਹਨੂੰ ਸਿੱਟਾ ਨਹੀਂ ਲੱਗਦਾ ਉਹਨੂੰ ਕਹਿੰਦੇ ਆ ਜਿਵੇਂ ਦੀ ਬੀਜੀ ਸੀ ਉਵੇਂ ਦੀ ਨਾ ਬੀਜੀ, ਸਮਾਂ ਖਰਾਬ ਕੀਤਾ। ਜਿਨ੍ਹਾਂ ਨੇ ਸ਼ਬਦ ਨਾਲ ਸਾਂਝ ਨਹੀਂ ਪਾਈ, ਗੁਰੂ ਗ੍ਰੰਥ ਸਾਹਿਬ ਨਾਲ ਨਾਤਾ ਨਹੀਂ ਜੋੜਿਆ, ਉਹ ਇਸ ਤਰ੍ਹਾਂ ਹੀ ਆਏ ਜਿਵੇਂ ਫਸਲ ਖਰਾਬ ਹੋ ਗਈ, ਸਿੱਟਾ ਨਹੀਂ ਲੱਗਾ, ਪੱਤੇ ਨਿਕਲੇ ਸਨ, ਜੀਵਨ ਮਿਲਿਆ ਪੱਲੇ ਕੱਖ ਨਹੀਂ ਪਿਆ। ਉਹ ਹੀ ਗਿਣੇ ਗਏ ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ। ਫਿਰ ਕਹਿੰਦੇ ਨੇ ਕਿ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਿੰਨਾ ਚਿਰ ਤੇ ਮਨੁੱਖ ਜਾਗਦਾ ਨਹੀਂ ਉਹਨਾਂ ਸਮਾਂ ਤੇ ਇਹਨੂੰ ਕੋਈ ਪਤਾ ਨਹੀਂ ਲੱਗਦਾ ਵੀ ਕਾਹਦੇ ਵਾਸਤੇ ਆਇਆ। ਪਰ ਜਿਹੜੇ ਜਾਗ ਪਏ ਉਹਨਾਂ ਨੂੰ ਪਤਾ ਲੱਗਾ ਕਿ ਉਸ ਰੱਬ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਇੱਕ ਖਿਨ ਜਿਉਣਾ ਇਸ ਤਰ੍ਹਾਂ ਹੈ ਜਿਵੇਂ ਵਿਅਰਥ ਜਨਮ ਜਾ ਰਿਹਾ ਹੈ, ਭਾਵ ਬੇਕਾਰ ਜਨਮ ਜਾ ਰਿਹਾ ਹੈ। ਇਹ ਗੱਲ ਜਣਾ ਦੇ ਅਰਥ ਨੇ ਜਾਣ ਲੈਣੀ ਚਾਹੀਦੀ। ਉਹ ਰੱਬ ਕਿੱਥੇ ਹੈ ਜਿਹਨੂੰ ਅਰਾਧਨਾ, ਉਹਦਾ ਐਡਰੈਸ ਕੀ ਹੈ? ਅੱਗੇ ਦੱਸਦੇ ਨੇ ਜਲ ਪਾਣੀ ਵਿੱਚ, ਥਲ ਧਰਤੀ ਵਿੱਚ, ਮਈਲ ਆਕਾਸ਼ ਵਿੱਚ, ਇਸ ਸਾਰੇ ਥਾਂ ਤੇ ਉਹ ਸਮਾਇਆ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਕਿਹੜਾ ਹੈ? ਜਿਹੜਾ ਸਾਰੇ ਥਾਵਾਂ ਤੇ ਸਮਾਇਆ ਹੈ। ਉਹ ਰੱਬ ਕਿਸੇ ਆ ਜਿਹੜੇ ਆਸ਼ਰਮ ਖੁੱਲ੍ਹੇ ਨੇ, ਡੇਰੇ ਖੁੱਲ੍ਹੇ, ਇਹਨਾਂ ਦੀਆਂ ਲਾਈਟਾਂ ਵਿੱਚ ਨਹੀਂ ਰੱਬ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹ ਰੱਬ ਸਾਰਿਆਂ ਵਿੱਚ, ਉਹ ਸਾਰੇ ਸਰੀਰਾਂ ਵਿੱਚ, ਜਿੰਨੇ ਸਰੀਰ ਨੇ ਉਹਨਾਂ ਦੇ ਵਿੱਚ ਵਿਚਰ ਰਿਹਾ, ਉਹਨਾਂ ਵਿੱਚ ਬੋਲ ਰਿਹਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਕੌਣ ਬੋਲਦਾ ਇਹਨਾਂ ਵਿੱਚ? ਜਦੋਂ ਕੋਈ ਗੱਲ ਕਰਦਾ ਹੋਰ ਕੌਣ ਬੋਲ ਰਿਹਾ? ਕਿੱਥੋਂ ਉਸ ਨੂੰ ਲੱਭੋਗੇ? ਕਹਿੰਦੇ ਉਹ ਜਲ ਥਲ ਮਈਲ ਪੂਰਿਆ ਰਵਿਆ ਵਿੱਚ ਵਣਾ। ਸਾਰੇ ਵਣਾ ਜੰਗਲਾਂ ਵਿੱਚ ਬਿਲਕੁਲ ਨੇੜੇ ਤੋਂ ਨੇੜੇ ਹੈ। ਹਜ਼ੂਰ ਕਹਿੰਦੇ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਐਸਾ ਪ੍ਰਭੂ ਜਿਹਦੇ ਵਿੱਚ ਅਸੀਂ ਹਾਂ, ਉਹ ਸਾਨੂੰ ਜੀਵਨ ਦੇ ਰਿਹਾ, ਉਹ ਸਾਡੇ ਸਵਾਸ ਬਣ ਕੇ ਵਹਿ ਰਿਹਾ, ਸਾਡੇ ਸਰੀਰ ਵਿੱਚ ਨਜ਼ਰ ਬਣ ਕੇ ਸਾਡੀਆਂ ਅੱਖਾਂ ਵਿੱਚੋਂ ਦੇਖ ਰਿਹਾ। ਰਸਨਾ ਤੇ ਬੈਠ ਕੇ ਜਿਹੜਾ ਖਾਣ ਪੀਣ ਦਾ ਸਵਾਦ ਲਈ ਜਾਂਦਾ, ਇੰਨਾ ਨੇੜੇ ਰੱਬ ਚੇਤੇ ਨਾ ਆਵੇ, ਇਹਦੇ ਤੋਂ ਵੱਡਾ ਹੋਰ ਦੁੱਖ ਕਿਹੜਾ ਹੈ? ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਉਸ ਦੁੱਖ ਨੂੰ ਕਿਵੇਂ ਗਿਣਿਆ ਜਾਏ? ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਰਾਵਿਆ, ਪ੍ਰਾਪਤ ਕਰ ਲਿਆ, ਭੋਗਿਆ ਹੈ, ਉਹਨਾਂ ਦੇ ਮਸਤਕ ਦੇ ਉੱਤੇ ਮਣਾ ਮੋਹੀ ਭਾਗ ਨੇ। ਕਿਉਂਕਿ ਇਹ ਤਿੰਨ ਚੀਜ਼ਾਂ ਨੇ, ਸਿੱਖ ਗੁਰੂ ਦੋਵੇਂ ਆਮਣੇ ਸਾਹਮਣੇ ਆ ਜਾਣ,
ਸਿੱਖ ਵੀ ਹੋਵੇ ਤੇ ਗੁਰੂ ਵੀ ਪੂਰਾ ਹੋਵੇ। ਤੀਜੀ ਚੀਜ਼ ਵਿੱਚ ਜਿਹੜੀ ਰਿਲੇਸ਼ਨ ਬਣਾਉਂਦੀ ਸੰਬੰਧ, ਉਹ ਹੈ ਭਾਗ ਸਿੱਖ ਦਾ। ਭਾਗ ਭਾਂਡਾ ਹੈ ਜਿਹਦੇ ਵਿੱਚ ਗੁਰੂ ਨੇ ਦਾਤ ਪਾਉਣੀ ਹੈ। ਜੇ ਥਾਂ ਨਹੀਂ ਨਾ ਬਣੀ, ਯਾਦ ਰੱਖੀਏ ਇਹ ਵਿਸ਼ਾ ਲੰਬਾ, ਮੈਂ ਫਿਰ ਵਿਚਾਰਾਂਗਾ। ਸਿੱਖੀ ਮਿਹਨਤ ਨਹੀਂ, ਸਿੱਖੀ ਦਾਨ ਹੈ। ਗੁਰੂ ਕਿਰਪਾ ਕਰੇ ਕੱਲ ਨੂੰ ਇਹ ਵਿਚਾਰਾਂਗੇ। ਸਿੱਖੀ ਮਿਹਨਤ ਨਹੀਂ, ਜਪ ਤਪ ਨਾਲ ਨਹੀਂ। ਜਪ ਤਪ ਤੇ ਤਾਂ ਕਰੀਦਾ ਹੈ, ਮਿਹਨਤ ਤੇ ਤਾਂ ਕਰੀਦੀ, ਸੇਵਾ ਤੇ ਤਾਂ ਕਰੀਦੀ ਵੀ ਉਸ ਸਿੱਖੀ ਨੂੰ ਟਿਕਾਉਣ ਵਾਸਤੇ ਸਾਡੇ ਕੋਲ ਗਰਾਊਂਡ ਹੋ ਜਾਏ, ਥਾਂ ਬਣ ਜਾਏ ਜਿਹਦੇ ਉੱਤੇ ਸਿੱਖੀ ਨੇ ਟਿਕਣਾ ਹੈ। ਸਿੱਖੀ ਮਿਹਨਤ ਨਾਲ ਨਹੀਂ ਜੇ ਮਿਲਦੀ। ਔਰ ਤੁਸੀਂ ਹੁਣੇ ਅਰਦਾਸ ਵਿੱਚ ਖੜੇ ਹੋ ਕੇ ਸੁਣੋਗੇ, ਉਹਦੇ ਵਿੱਚ ਇੱਕ ਸ਼ਬਦ ਆਵੇਗਾ, ਸਿੱਖਾਂ ਨੂੰ ਸਿੱਖੀ ਦਾਨ। ਦਾਨ ਕੀ ਹੁੰਦਾ? ਦਾਨ ਮਿਹਨਤ ਥੋੜ੍ਹੀ ਹੁੰਦੀ। ਦਾਨ ਬਖਸ਼ਿਸ਼ ਹੈ, ਕਿਰਪਾ ਹੈ, ਪਰ ਉਸ ਦਾਨ ਨੂੰ ਲੈਣ ਵਾਲਾ ਭਾਂਡਾ ਤੇ ਸਾਡੇ ਕੋਲ ਚਾਹੀਦਾ ਨਾ। ਟਿਕਾਵਾਂਗੇ ਕਿੱਥੇ ਉਸ ਨੂੰ? ਉਹਦੇ ਵਾਸਤੇ ਅਸੀਂ ਬਾਣੀ ਪੜ੍ਹਨੀ, ਉਹਦੇ ਵਾਸਤੇ ਸੇਵਾ, ਉਹਦੇ ਵਾਸਤੇ। ਇਹ ਕਹਿੰਦੇ ਨੇ ਉਹਨਾਂ ਦੇ ਭਾਗ ਮਣਾ, ਬਹੁਤੇ ਭਾਗ ਨੇ ਉਹਨਾਂ ਦੇ। ਫਿਰ ਕਹਿੰਦੇ ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਣਾ। ਐਸੇ ਜਿਹੜੇ ਗੁਰਮੁਖ ਪਿਆਰੇ ਨੇ, ਉਹਨਾਂ ਦੇ ਮਨ ਵਿੱਚ ਰੱਬ ਦੀ ਪਿਆਸ ਜਾਗ ਪੈਂਦੀ ਹੈ, ਅੰਦਰ ਉਹਨਾਂ ਦੇ ਪਿਆਰ ਜਾਗ ਪੈਂਦਾ ਤੇ ਉਹ ਅਰਦਾਸ ਕਰਦੇ ਨੇ ਕਿ ਤੇਰੇ ਦਰਸ਼ਨਾਂ ਨੂੰ ਮੇਰਾ ਮਨ ਲੋਚਦਾ, ਚਾਹੁੰਦਾ ਹੈ, ਭਾਵ ਅੰਦਰੋਂ ਤੜਫਦਾ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਫਿਰ ਉਹ ਇਹ ਅਰਦਾਸ ਕਰਦੇ ਰਹਿੰਦੇ ਕਿ ਇਸ ਚੇਤਰ ਦੇ ਮਹੀਨੇ ਵਿੱਚ ਜੇ ਕੋਈ ਮੈਨੂੰ ਪ੍ਰਭੂ ਮਿਲਾ ਦੇ, ਮੈਂ ਉਹਦੇ ਚਰਨੀ ਲੱਗਾ, ਉਹਦੇ ਪੈਰੀ ਪਵਾਂ। ਸਤਿਗੁਰੂ ਇਹ ਉਪਦੇਸ਼ ਕਰ ਰਹੇ ਨੇ। ਆਓ ਇੱਕ ਪੰਕਤੀ ਬੜੇ ਪਿਆਰ ਸਹਿਤ, ਜਿਵੇਂ ਆਪਾਂ ਕੱਲ੍ਹ ਪੜ੍ਹੀ ਸੀ, ਅੱਜ ਵੀ ਇਹ ਪੰਕਤੀ ਪੜ੍ਹ ਕੇ ਆਪਾਂ ਹਾਜ਼ਰੀ ਲਵਾਉਣੀ। ਸਾਰੀਆਂ ਸੰਗਤਾਂ ਪਿਆਰ ਸਹਿਤ ਇਕਾਗਰ ਚਿੱਤ ਹੋ ਕੇ, ਕੋਈ ਵੀ ਰਸਨਾ ਖਾਲੀ ਨਹੀਂ ਰਹਿਣੀ ਚਾਹੀਦੀ ਜਿਹੜੀ ਬੋਲੇ ਨਾ, ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਡਾ ਨਾਮ ਲਿਖਿਆ ਜਾਏ। ਹਾਜ਼ਰੀ ਲੱਗੇ। ਹਰ ਦਰਸ਼ਨ ਕੋ ਮਨ ਲੋਚਦਾ, 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 ਹਰ ਦਰਸ਼ਨ ਕੋ ਮਨ ਲੋਚਦਾ। ਨਾਨਕ ਪਿਆਸ ਮਨਾ, ਹਰ ਦਰਸ਼ਨ ਕੋ ਮਨ ਲੋਚਦਾ, ਹਰ ਦਰਸ਼ਨ ਕੋ ਮਨ ਲੋਚਦਾ। ਨਾਨਕ ਪਿਆਸ